ਆਦਿ ਨਿਰੰਜਨ ਹੈ ਗੁਰੂ ਨਾਨਕ, ਆਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੋਤ ਬੰਧਨ ਅਨਕ ਵਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਹਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਹ ਉਚਰੈ ਸ਼ਾਸਤਰ ਖਾਟ, ਪੇਂਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪੁਰਸ਼ੋਤਮੰ, ਪਰਮ ਪਰਾਵਰ ਨਾਥ। ਜੋਲ ਚਰਨ ਮਮ ਬੰਦਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋੜ ਪ੍ਰਣਾਮ। ਜਿਸ ਕਰਨਾ ਤੇ ਵਡ ਅਗੀ, ਪਾਵ ਹੈ ਗਤ ਵਿਸ਼ਰਾਮ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਂਧਾ ਖੱਪਰ ਪੰਚ ਭੂ ਟੋਪੀ, ਕਾਇਆ ਕੜਾਸਣ ਮਨ ਜਾਗੋਟੀ। ਉਂਧਾ ਖੱਪਰ ਪੰਚ ਭੂ ਟੋਪੀ, ਕਾਇਆ ਕੜਾਸਣ ਮਨ ਜਾਗੋਟੀ। ਸਤ ਸੰਤੋਖ ਸੰਜਮ ਹੈ ਨਾਲ, ਨਾਨਕ ਗੁਰਮੁਖ ਨਾਮ ਸਮਾਲ। ਸਤ ਸੰਤੋਖ ਸੰਜਮ ਹੈ ਨਾਲ, ਨਾਨਕ ਗੁਰਮੁਖ ਨਾਮ ਸਮਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਚੱਲ ਰਹੀ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ
ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦੀ ਸੇਵਾ, ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰਿ ਜਸ ਔਰ ਅੰਮ੍ਰਿਤ ਰੂਪੀ ਪਾਵਨ ਗੁਰਬਾਣੀ ਦੀ ਲੜੀਵਾਰ ਜੋ ਕਥਾ ਹੈ, ਆਪ ਸਾਰੀਆਂ ਸੰਗਤਾਂ ਸਰਵਣ ਕਰਦੇ ਆ ਰਹੇ ਹੋ ਔਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜੋ ਦੱਖਣੀ ਓਂਕਾਰ ਨਾਮ ਦੀ ਬਾਣੀ ਸੀ ਉਹ ਸੰਪੂਰਨ ਹੋਈ। ਉਹਦੇ ਵਿੱਚ 54 ਪੌੜੀਆਂ ਵਿਆਖਿਆ ਰੂਪ ਵਿੱਚ ਆਪ ਨੇ ਸਾਰੀਆਂ ਸਰਵਣ ਕੀਤੀਆਂ ਹਨ। ਅੱਗੇ ਸਿੱਧ ਗੋਸ਼ਟ ਨਾਮ ਦੀ ਬਾਣੀ ਆਰੰਭ ਹੋਈ ਹੈ, ਕਿਉਂਕਿ ਬਟਾਲੇ ਦੇ ਨੇੜੇ ਜੋ ਸਿੱਧਾਂ ਦਾ ਸਥਾਨ ਹੈ, ਇੱਥੇ ਮੇਲਾ ਸੀ। ਮੇਲਾ ਸੁਣ ਸ਼ਿਵਰਾਤ ਦਾ ਇਹ ਮੇਲਾ ਬੜਾ ਭਰਦਾ ਸੀ। ਸਿੱਧ ਮੰਡਲੀ ਆਈ ਹੋਈ ਸੀ ਔਰ ਇੱਥੇ ਫਿਰ ਗੁਰੂ ਮਹਾਰਾਜ ਦੇ ਨਾਲ ਉਹਨਾਂ ਸਿੱਧਾਂ ਦੀ ਗਿਆਨ ਗੋਸ਼ਟੀ ਹੋਈ ਹੈ। ਸਿੱਧ ਗੋਸ਼ਟ, ਸਿੱਧਾਂ ਦੇ ਨਾਲ ਗੋਸ਼ਟੀ ਮਤਲਬ ਗਿਆਨ ਚਰਚਾ। ਜਿਸ ਤਰ੍ਹਾਂ ਮੱਕੇ ਮਦੀਨੇ ਦੀ ਗੋਸ਼ਟੀ ਵੀ ਹੈ, ਭਾਈ ਵਾਲਾ ਜੀ ਦੀ ਜਨਮ ਸਾਖੀ ਵਿੱਚ ਉਹ ਸਾਰਾ ਹੈ। ਜਦੋਂ ਮੱਕੇ ਮਦੀਨੇ ਗਏ ਆ, ਉੱਥੇ ਦੇ ਪੀਰਾਂ ਦੇ ਨਾਲ ਮਹਾਰਾਜ ਦੀ ਜਿਹੜੀ ਚਰਚਾ ਹੋਈ ਹੈ, ਬੜੇ ਬੜੇ ਔਖੇ ਮਹਿੰਗੇ ਪ੍ਰਸ਼ਨ ਅਰਬੀ ਦੇ ਅੰਦਰ, ਕਿ ਗੁਰੂ ਮਹਾਰਾਜ ਨੇ ਉਹ ਸਾਰੇ ਉਹਨਾਂ ਦੇ ਪ੍ਰਸ਼ਨਾਂ ਦੇ ਬੜੇ ਉੱਤਰ ਬਖਸ਼ ਕਰਕੇ ਉਹਨਾਂ ਨੂੰ ਨਿਹਾਲ ਕੀਤਾ ਹੈ ਔਰ ਜਿਹੜੀਆਂ ਉਹਨਾਂ ਦੀਆਂ ਕੁਝ ਪਰਮਾਰਥ ਦੇ ਰਸਤੇ ਵਿੱਚ ਉਲਝਣਾ ਸੀ ਉਹ ਵੀ ਦੂਰ ਕੀਤੀਆਂ ਔਰ ਮਨ ਦੇ ਅੰਦਰ ਜਿਹੜੀ ਕੋਈ ਭੇਦ ਬੁੱਧੀ ਸੀ ਉਹ ਵੀ ਮਹਾਰਾਜ ਨੇ ਸਾਰਾ ਦਿਮਾਗ ਜਿਹੜਾ ਸੁਣਨ ਦਾ ਸਾਫ਼ ਕਰਕੇ ਸਮਦ੍ਰਿਸ਼ਟੀ ਵਾਲੀ ਭਾਵਨਾ ਬਖਸ਼ੀ ਔਰ ਇਸੇ ਤਰ੍ਹਾਂ ਅਜਿੱਤੇ ਰੰਧਾਵੇ ਦੀ ਗੋਸ਼ਟੀ ਹੈ। ਭਾਈ ਅਜਿੱਤੇ ਦੇ ਨਾਲ ਮਹਾਰਾਜ ਨੇ ਬਹੁਤ ਸੋਹਣੇ ਬਚਨ ਵਿਲਾਸ ਬਖਸ਼ਿਸ਼ ਕੀਤੇ ਹਨ। ਉਹ ਵੀ ਪੁਰਾਤਨ ਜੋ ਭਾਈ ਬਾਲਾ ਜੀ ਦੀ ਜਨਮ ਸਾਖੀ, ਉਹਦੇ ਵਿੱਚ ਸਾਰੀ ਉਹ ਚਰਚਾ ਲਿਖੀ ਹੋਈ ਹੈ। ਤੀਸਰੀ ਇਹ ਸਿੱਧ ਗੋਸ਼ਟ ਹੈ, ਇਹ ਵੀ ਜਨਮ ਸਾਖੀ ਵਿੱਚ ਸਾਰੇ ਪ੍ਰਸੰਗ ਆਉਂਦੇ ਆ। ਉੱਥੇ ਤਾਂ ਬਹੁਤ ਵੱਡੇ ਵਿਸਥਾਰ ਵਿੱਚ ਸਾਰਾ ਦੱਸਿਆ, ਕਿਉਂਕਿ ਇੱਕ ਤਾਂ ਹੁੰਦਾ ਆਮ ਲੋਕਾਂ ਦੇ ਜਿਹੜੇ ਪ੍ਰਸ਼ਨ ਆ, ਇੱਕ ਹੁੰਦੇ ਆ ਵਿਦਵਾਨ ਪੁਰਸ਼ਾਂ ਦੇ, ਤੇ ਦੂਸਰਾ ਜਿਹੜੇ ਸਿੱਧ ਲੋਕ ਆ, ਅਧਿਆਤਮਵਾਦੀ ਲੋਕ, ਅੰਤਰੀਵੀ ਭਾਵ ਵਾਲੇ ਪ੍ਰਸ਼ਨ ਵੀ ਬੜੇ ਮਹਿੰਗੇ ਹਨ। ਉਹ ਵੀ ਉਹਨਾਂ ਨੇ ਸਾਂਝੇ ਕੀਤੇ ਆ। ਬਹੁਤਾ ਭਾਵਤਾ ਐਸਾ ਵੀ ਸੀ ਕਿ ਇਹਨਾਂ ਪ੍ਰਸ਼ਨਾਂ ਦੇ ਉਹ ਉੱਤਰ ਵਗੈਰਾ ਨਹੀਂ ਦੇ ਸਕਣਗੇ, ਫਿਰ ਅਸੀਂ ਉਹਨਾਂ ਨੂੰ ਆਪਣੇ ਚੇਲੇ ਬਣਨ ਵਾਸਤੇ ਪ੍ਰੇਰਿਤ ਕਰਾਂਗੇ। ਐਸਾ ਵੀ ਸੀਗਾ
ਕਿਉਂਕਿ ਹਰੇਕ ਮਤ ਮਤਾਂਤਰ ਵਾਲਿਆਂ ਦੀ ਇਹ ਹੁੰਦੀ ਹੈ ਸੋਚ ਕਿ ਆਪਣੇ ਪੰਥ ਨੂੰ ਜ਼ਿਆਦਾ ਸ੍ਰੇਸ਼ਟ ਦੱਸਣਾ, ਦੂਸਰੇ ਨੂੰ ਨਿਊਨ ਦੱਸਣਾ, ਫਿਰ ਪ੍ਰੇਰਨਾ ਕਰਕੇ ਆਪਣੇ ਵੱਲ ਖਿੱਚਣਾ। ਇਸ ਤਰ੍ਹਾਂ ਦਾ ਭਾਵ ਵੀ ਹੁੰਦਾ ਹੈ। ਕੋਈ ਇਸ ਤਰ੍ਹਾਂ ਉਹ ਜਿਹੜੀ ਚਰਚਾ ਵਾਲੀ ਰਚਨਾ ਉਹਦੇ ਵਿੱਚ ਕਾਫੀ ਕੁਛ ਐਸਾ ਹੈ। ਹੁਣ ਇਹ ਸਿੱਧ ਗੋਸ਼ਟ ਨਾਮ ਦੀ ਜਿਹੜੀ ਬਾਣੀ ਹੈ, ਸਿੱਧਾਂ ਨਾਲ ਗੋਸ਼ਟੀ, ਉਹਨੇ ਤਾਂ ਹੁਣ ਭਰਤਰੀ ਆਦਿਕ ਸਿੱਧ ਵੀ ਮਿਲੇ ਹੈ, ਗੋਰਖ ਦੇ ਚੇਲੇ ਬਣ ਗਏ ਸੀ। ਰਾਜ ਛੱਡ ਕੇ ਹੋਰ ਵੀ ਕਈ ਰਾਜਿਆਂ ਦੇ ਪ੍ਰਸੰਗ ਹੈਗੇ ਜਿਹੜੇ ਫੇਦਰ ਲੱਗ ਗਏ ਸੀ। ਤੇ ਜੇ ਹੁਣ ਸੰਨ ਸਮਾਂ ਦਾ ਹਿਸਾਬ ਲਾਈਏ ਤੇ ਭਰਤਰੀ ਬਿਕਰਮਾ ਜੀ ਦਾ ਵੱਡਾ ਭਰਾ ਹੈ। ਬਿਕਰਮੀ ਸੰਮਤ ਤੁਸੀਂ ਦੇਖਦੇ ਹੀ ਆ ਕਿ 2000 ਸਾਲ ਤੋਂ ਉੱਪਰ ਜਾ ਰਿਹਾ। ਉਵੇਂ ਜੇ ਸਰੀਰ ਕਰਕੇ ਮੇਲ ਆਮ ਕਹੇਗਾ ਵੀ ਤਾਂ ਮੁਸ਼ਕਲ ਜਿਹਾ ਹੀ ਹੈ, ਪਰ ਉਹਨਾਂ ਨੇ ਯੋਗਾ ਅਭਿਆਸ ਦੇ ਨਾਲ ਉਮਰਾਂ ਵਧਾਈਆਂ ਹੋਈਆਂ ਸੀ। ਕਿ ਜੇ ਵੈਸੇ ਦੇਖਿਆ ਜਾਏ ਕਿ ਇੰਨੀ ਉਮਰ ਦਾ ਫਿਰ ਨਾਲ ਮੇਲ ਜੋਲ ਨਹੀਂ ਬਣਦਾ, ਕਿ ਯੋਗ ਦੀ ਸਾਧਨਾ ਨਾਲ ਉਮਰਾਂ ਲੰਬੀਆਂ ਸੀ ਕਿ ਉਹ ਕਾਫੀ ਲੰਮਾ ਸਮਾਂ ਧਰਤੀ ਤੇ ਵਿਚਰੇ ਹੈ। ਇਸ ਕਰਕੇ ਉਹ ਮੇਲ ਜੋਲ ਵਾਲੀ ਗੱਲ ਹੈਗੀ ਹੈ। ਔਰ ਦਸਮ ਪਾਤਸ਼ਾਹ ਨੂੰ ਵੀ ਐਸੇ ਜੋਗੀ ਮਿਲੇ ਹੈ, ਪੰਚਮ ਪਾਤਸ਼ਾਹ ਸੰਤੋਖਾ ਜੋਗੀ, ਉਹਨਾਂ ਦੀਆਂ ਵੀ ਉਮਰਾਂ ਬੜੀਆਂ ਲੰਬੀਆਂ ਸੀ। ਹੁਣ ਵੀ ਕਈ ਐਸੇ ਜੋਗੀ ਪਹਾੜਾਂ 'ਚ ਮਿਲਦੇ ਹੈ ਤੇ ਉਹਨਾਂ ਦੀਆਂ ਬੜੀਆਂ ਬੜੀਆਂ ਲੰਬੀਆਂ ਉਮਰਾਂ ਹੈਗੀਆਂ। ਕਿਤੇ ਕਿਤੇ ਉਹ ਕਈ ਸਾਧੂਆਂ ਨੂੰ ਮਿਲੇ ਆ ਜਿਹੜੇ ਉਹ ਉੱਧਰ ਹੀ ਰਹਿੰਦੇ ਆ, ਆਪਣਾ ਭਜਨ ਬਾਣੀ ਕਰਦੇ ਆ ਯੋਗਾ ਅਭਿਆਸ ਦੁਆਰਾ। ਹੁਣ ਇਹ ਸਾਰੀ ਸਿੱਧਾਂ ਯੋਗੀਆਂ ਦੇ ਨਾਲ ਹੀ ਚਰਚਾ ਹੈ। ਉਹਨਾਂ ਦੇ ਵੱਖਰੇ ਵੱਖਰੇ ਪ੍ਰਸ਼ਨ ਵਗੈਰਾ, ਆਪਣੇ ਜਿਹੜੇ ਭੇਖ ਦੇ ਕੋਈ ਚਿੰਨ੍ਹ ਆ ਉਹਨਾਂ ਨੂੰ ਵੀ ਉਹ ਜਿਹੜਾ ਵੱਡਾ ਸਮਝਦੇ ਆ। ਜਿਵੇਂ ਆਪਾਂ ਪੰਜ ਕਕਾਰ ਵਗੈਰਾ, ਇਸ ਤਰ੍ਹਾਂ ਹਰੇਕ ਭੇਖ ਦੇ ਕੋਈ ਆਪਣੇ ਚਿੰਨ੍ਹ ਵਗੈਰਾ ਹੁੰਦੇ ਆ ਕਿ ਉਸ ਤਰ੍ਹਾਂ ਦਾ ਪਹਿਰਾਵਾ ਤੇ ਬਾਕੀ ਜਿਹੜੀਆਂ ਹੋਰ ਚਿੰਨ੍ਹ ਹੈਗੇ ਆ ਉਹਦੇ ਮੁਤਾਬਕ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਪ੍ਰਸ਼ਨ ਕਰਕੇ ਪੁੱਛਦੇ ਆ, ਤੁਹਾਡਾ ਭੇਖ ਕੀ ਹੈ, ਖਿੰਥਾ ਕਿਹੜੀ ਹੈ, ਔਰ ਸੇਲੀ ਕਿਹੜੀ ਹੈ, ਸਿੰਗੀ ਕਿਹੜੀ ਰੱਖਦੇ ਆ, ਨਗਾਰਾ ਕਿਹੜਾ ਹੈ। ਇਸ ਤਰ੍ਹਾਂ ਜੁਦੇ ਜੁਦੇ ਜਿਹੇ ਬੇਅੰਤ ਤਰ੍ਹਾਂ ਦੇ ਕੋਈ ਬਾਹਰਮੁਖੀ ਚਿੰਨ੍ਹਾਂ ਦੇ, ਕੋਈ ਅੰਤਰੀਵੀ ਢੰਗ ਦੇ ਪ੍ਰਸ਼ਨ ਵੀ ਹੈਗੇ। ਇਹ 71 ਪੌੜੀਆਂ ਦੇ ਵਿੱਚ ਸਾਰੀ ਸਿੱਧ ਗੋਸ਼ਟ ਬਾਣੀ ਦੀ ਚਰਚਾ ਹੈ। ਆਓ ਪਿਆਰ ਦੇ ਨਾਲ ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਵਜ ਵਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓਮ ਦਾ
ਖੱਪਰ ਪੰਚ ਭੂ ਟੋਪੀ। ਇਸ ਤਰ੍ਹਾਂ ਸਾਧੂ ਜਿਹੜੇ ਆ ਜੁਦੇ ਜੁਦੇ ਬਰਤਨ ਵਗੈਰਾ ਵੀ ਰੱਖਦੇ ਆ। ਜਿਵੇਂ ਅਜਿਹੇ ਸਾਧੂਆਂ को ਦੇਖੀਏ ਉਹਨੇ ਉਹ ਆਪਣੇ ਢੰਗ ਦੇ ਹੁੰਦੇ ਆ। ਆਮ ਬਾਕੀ ਪਗਮਿਆਂ ਵਾਲੇ ਉਹ ਚਿੱਪੀ ਚੁੱਪੀ ਜਾਂ ਖੱਪਰ ਜਾ ਇਸ ਤਰ੍ਹਾਂ ਦੇ ਹੈਗੇ ਆ। ਤੇ ਬਰਾਗੀ ਜਿਹੜੇ ਉਹ ਕਰਮਕਾਂਡੀ ਹੈ ਉਹ ਫਿਰ ਧਾਤੂ ਦੇ ਬਰਤਨ ਹੁੰਦੇ ਜਿਹੜੇ ਮਾਂਜੇ ਜਾਣ। ਤੇ ਖੱਪਰ ਵਗੈਰਾ ਤੱਕ ਉਹ ਧੋ ਕੇ ਉਹ ਸ਼ੁੱਧ ਮੰਨ ਲੈਂਦੇ ਆ। ਕਈਆਂ ਨੂੰ ਜੈਨੀਆਂ ਦੇ ਉਹ ਲੱਕੜ ਦੇ ਟੂਟੇ ਜਾਂ ਭਾਂਡੇ ਵਗੈਰਾ ਹੈਗੇ। ਇਸ ਤਰ੍ਹਾਂ ਜਿਵੇਂ ਆਪਣੇ ਨਿਹੰਗ ਸਿੰਘ ਆ ਉਹ ਜ਼ਿਆਦਾ ਸਰਬਲੋਹ ਨੂੰ ਮਾਨਤਾ ਦਿੰਦੇ। ਇਸ ਤਰ੍ਹਾਂ ਜੁਦਾ ਜੁਦਾ ਹੈਗਾ। ਕਿੱਥੇ ਹੁਣ ਸਿੱਧਾਂ ਦੇ ਨਾਲ ਵਿਚਾਰ ਸਾਰੀ ਹੈ ਕਿ ਤੁਹਾਡੇ ਕੋਲ ਖੱਪਰ ਕਿਹੜਾ ਹੈ। ਉਹ ਚਿੱਪੀ ਜਿਹੜੀ ਹੁੰਦੀ ਹੈ ਨਾ ਇਹ ਸਮੁੰਦਰ ਦੇ ਵਿੱਚ ਹੁੰਦੀ ਹੈ। ਇੱਕ ਬੇਲ ਪੂਰਾ ਇਹ ਫਲ ਹੈ ਤੇ ਉਹਨੂੰ ਅੱਧਾ ਚੀਰ ਕੇ ਫਿਰ ਦੋ ਹਿੱਸੇ ਬਣਾ ਲੈਂਦੇ ਆ। ਉਹਨੂੰ ਪੜਾਵਾ ਲਾਉਣਾ ਜਾਂ ਟੂਟੀ ਵਗੈਰਾ ਜਾਂ ਜਿਹੜੀ ਹੱਥੀ ਹੈ ਉਹ ਫਿਰ ਬਾਅਦ ਵਿੱਚ ਲਾਉਂਦੇ ਆ। ਉਹ ਸਾਧੂ ਬੜੇ ਵਿਗਿਆਨੀ ਸੀਗੇ, ਸੂਝਵਾਨ ਸੀ, ਉਹਦੇ 'ਚ ਗੁਣ ਵੀ ਬਹੁਤ ਹੈ। ਉਹਦੇ ਮੁਤਾਬਕ ਫਿਰ ਉਹ ਇਹਨਾਂ ਪਾਤਰਾਂ ਨੂੰ ਵਰਤਦੇ ਸੀ। ਕੁਝ ਪਾਣੀ ਰੱਖਣਾ, ਉਹ ਜਿਹੜਾ ਜਲ ਹੈ ਕਈ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ। ਤੇ ਜਿਹੜਾ ਉਹਦਾ ਫਿਰ ਬਿਲਕੁਲ ਅੱਧਾ ਭਾਗ ਆ ਉਹ ਖੱਪਰ ਆ। ਤੇ ਜਿਵੇਂ ਉਹ ਫਲ ਸਮੁੰਦਰ 'ਚ ਆ ਉਹਦੇ ਦੋ ਹਿੱਸਿਆਂ ਦੀ ਉਹ ਚਿੱਟੀ ਬਣਾਉਂਦੇ ਆ। ਜਿਹੜਾ ਫਿਰ ਉਹਨਾਂ ਦੇ ਦੋ ਦੋ ਹਿੱਸੇ ਉਹ ਖੱਪਰ ਬਣ ਜਾਂਦੇ ਆ। ਇੱਕ ਤਾਂ ਇਹ ਆ ਉਹਨੂੰ ਕਿ ਆਮ ਬੰਦਾ ਚੁੱਕਦਾ ਨਹੀਂ, ਚੋਰੀ ਚਾਰੀ ਨਹੀਂ ਹੁੰਦੀ। ਧਾਤੂ ਦਾ ਭਾਂਡਾ ਹੋਵੇ ਅਗਲਾ ਚੁੱਕ ਕੇ ਲੈ ਜਾਂਦਾ। ਇਸ ਤਰ੍ਹਾਂ ਉਹ ਫਿਰ ਪ੍ਰਗਟ ਲੋਕ ਸੀਗੇ, ਰੋਜ਼ ਸਫ਼ਰ ਵਿੱਚ ਹੀ ਰਹਿਣਾ। ਤੇ ਹੁਣ ਕਿਹੜਾ ਭਾਂਡੇ ਸੰਭਾਲਦਾ ਫਿਰੇ। ਉਹ ਇਸ ਤਰ੍ਹਾਂ ਦੇ ਬਰਤਨ ਰੱਖ ਲੈਂਦੇ ਸੀ ਜਿਹੜੇ ਆਮ ਲੋਕਾਂ ਦੇ ਕੰਮ ਨਹੀਂ ਆਉਂਦੇ। ਭਾਵੇਂ ਉਹਨਾਂ 'ਚ ਵੈਦਿਕ ਲਿਹਾਜ਼ ਨਾਲ ਗੁਣ ਵੀ ਸੀ, ਆਮ ਲੋਕਾਂ ਨੂੰ ਪਤਾ ਨਹੀਂ ਹੁੰਦਾ। ਉਹ ਫਿਰ ਇਸ ਤਰ੍ਹਾਂ ਪਾਤਰ ਬਣਾਏ ਹੋਏ ਸੀ। ਹੁਣ ਉਹ ਮਹਾਰਾਜ ਨੂੰ ਪ੍ਰਸ਼ਨ ਕਰਦੇ ਆ, ਤੁਹਾਡਾ ਪੰਥ ਕਿਹੜਾ ਹੈ, ਕਿਹੜਾ ਭੇਖ ਹੈ। ਪਿੱਛੇ ਵੀ ਕੁਝ ਪ੍ਰਸ਼ਨ ਚੱਲਦੇ ਆਏ ਆ। ਹੁਣ ਜਿੱਥੇ ਅੱਗੇ ਪਹੁੰਚੇ ਆ ਇਹਨਾਂ ਦੇ ਵਿੱਚੋਂ ਨੇ ਪ੍ਰਸ਼ਨ ਇਹ ਕੀਤੇ ਆ, ਤੁਹਾਡੇ ਕੋਲ ਖੱਪਰ ਕਿਹੜਾ ਹੈ ਜਿਹਦੇ 'ਚੋਂ ਭਿਖਿਆ ਵਾਸਤੇ ਆਟਾ ਵਗੈਰਾ ਪਾ ਲੈਂਦੇ ਆ। ਤੇ ਮਹਾਰਾਜ ਕਹਿੰਦੇ ਉਂਦੋ ਖੱਪਰ ਜਿਹੜਾ ਅਸੀਂ ਆਪਣੇ ਹਿਰਦੇ ਨੂੰ ਸਾਰੀਆਂ ਬਾਸ਼ਨਾ ਤੋਂ ਰਹਿਤ ਕਰਕੇ ਮੂੰਦਾ ਕਰ ਲਿਆ, ਇਹੀ ਸਾਡਾ ਖੱਪਰ ਹੈ। ਭਾਵ ਸਾਡੇ ਅੰਦਰ ਕਿਸੇ ਅੱਗੇ ਖੱਪਰ ਕਰਕੇ
ਜਿਹੜੀ ਮੰਗਣ ਦੀ ਆਦਤ ਸੀ ਉਹ ਤਿਆਗ ਦਿੱਤੀ ਹੈ। ਇਹ ਸਾਡਾ ਖੱਪਰ ਆ। ਭਾਵ ਜਿਹੜਾ ਮਨ ਆ ਇਹ ਹਰ ਵੇਲੇ ਵਾਸ਼ਨਾ ਦਾ ਬੱਧਾ ਹੋਇਆ, ਲੋਕ ਵਾਸ਼ਨਾ, ਪੁੱਤਰ ਦੀ ਵਾਸ਼ਨਾ, ਧਨ ਦੀ ਵਾਸ਼ਨਾ, ਚੰਗੇ ਪੁਸਤਕ ਪੜ੍ਹ ਲਵਾਂ ਇਹ ਵੀ ਇੱਕ ਵਾਸ਼ਨਾ ਹੈਗੀ ਹੈ। ਹੋਰ ਵੀ ਬਹੁਤ ਵਾਸ਼ਨਾ ਹੈਗੀਆਂ ਲੋਕਾਂ ਵਿੱਚ, ਮਾਣ ਵਡਿਆਈ ਹੋਵੇ। ਸਾਰੀਆਂ ਵਾਸ਼ਨਾ ਵੱਲੋਂ ਜਿਹੜਾ ਮਨ ਰੋਕ ਲਿਆ, ਨਿਸ਼ਕਾਮਤਾ ਆ ਗਈ ਹੈ। ਕਿਸੇ ਦੇ ਹੱਥ ਅੱਡ ਕੇ ਮੰਗਣ ਵਾਲਾ ਭਾਵ ਖਤਮ ਹੋ ਗਿਆ ਹੈ ਔਰ ਆਪਣੇ ਮਨ ਨੂੰ ਔਰ ਜਿੰਨੇ ਵਕਾਰਿਆ ਉਹਨਾਂ ਵੱਲੋਂ ਰੋਕ ਲਿਆ, ਮੂੰਦਾ ਕਰ ਲਿਆ। ਇਹ ਅਸੀਂ ਖੱਪਰ ਰੱਖਿਆ ਹੋਇਆ ਹੈ। ਪੰਚ ਭੂ ਟੋਪੀ, ਉਹ 5 ਟਾਕੀਆਂ ਵਾਲੀ ਇੱਕ ਟੋਪੀ ਲੰਮੀ ਹੁੰਦੀ ਹੈ। ਇੱਕ ਤਾਂ ਦੂਜੇ ਆਮ ਲੋਕ ਟੋਪੀਆਂ ਜਿਹੀਆਂ ਲਈ ਫਿਰਦੇ ਹਨ, ਉਹ ਖੁੱਲ੍ਹਾ ਹੁੰਦੀ ਹੈ। 5 ਟਾਕੀਆਂ ਵਾਲੀ ਉਹ ਸਾਧੂ ਲੋਕ ਪਹਿਨਦੇ ਹੈ। ਕਈ ਪੁਰਾਣੇ ਚਿੱਤਰ ਹੈ, ਭਾਈ ਬਾਲਾ ਸਾਹਿਬ ਦੇ ਸੀਸ ਉੱਤੇ ਉਹ ਨਜ਼ਰ ਆਉਂਦੀ ਹੈ, ਉਹ ਵੱਖਰੀ ਹੁੰਦੀ ਹੈ। ਇਸ ਵਾਸਤੇ ਪੰਜ ਭੂ ਟੋਪੀ, ਜਿਹੜੇ 5 ਤੱਤ ਆਕਾਸ਼, ਵਾਯੂ, ਅਗਨੀ, ਜਲ ਔਰ ਧਰਤੀ ਹੈ। ਇਹ 5 ਤੱਤ ਹੈ। ਇਹਨਾਂ 5 ਤੱਤਾਂ ਤੋਂ ਅਸੀਂ ਜਿਹੜੇ 5 ਗੁਣ ਗ੍ਰਹਿਣ ਕਰ ਲਏ ਹਨ। ਆਕਾਸ਼, ਇਸ ਤੋਂ ਨਿਰਲੇਪਤਾ ਗ੍ਰਹਿਣ ਕੀਤੀ ਹੈ। ਥੱਲੇ ਹਨੇਰੀ ਜਾਏ, ਅੱਗ ਬਲੀ ਜਾਏ, ਆਕਾਸ਼ ਤੇ ਦਾ ਕੋਈ ਅਸਰ ਨਹੀਂ ਨਾ। ਆਕਾਸ਼ ਨਿਰਲੇਪ ਰਹਿੰਦਾ ਹੈ। ਇਹ ਜਿਹੜੀ ਨਿਰਲੇਪ ਅਵਸਥਾ ਧਾਰੀ ਹੈ, ਇਹ ਆਕਾਸ਼ ਤੋਂ ਅਸੀਂ ਗੁਣ ਲਿਆ ਹੈ ਔਰ ਸਾਰੇ ਹੀ ਵਿਆਪਕ ਨਜ਼ਰ ਆ ਰਿਹਾ ਹੈ। ਜਿੱਧਰ ਵੀ ਨਿਗਾਹ ਮਾਰੋ ਆਕਾਸ਼ ਉਸੇ ਪਾਸੇ ਹੀ ਹੈ। ਇਹਦੀ ਉਚਾਈ ਦਾ ਵੀ ਕੋਈ ਅੰਤ ਵਗੈਰਾ ਨਹੀਂ ਆਇਆ ਹੈ। ਇਹ ਆਕਾਸ਼ ਤੋਂ ਜਿਹੜਾ ਐਸਾ ਗੁਣ ਲਿਆ ਨਿਰਲੇਪ, ਔਰ ਦੂਸਰਾ ਫਿਰ ਵਾਯੂ ਹੈ, ਹਵਾ ਹੈ। ਇਹ ਤੋਂ ਸਮਦਰਸ਼ਤਾ ਦਾ ਗੁਣ ਲਿਆ। ਹਵਾ ਕਿਸੇ ਨਾਲ ਦਵੈਸ਼ ਨਹੀਂ ਨਾ ਕਰਦੀ ਕਿ ਬ੍ਰਾਹਮਣ ਨੂੰ ਸਾਹ ਦੇਣਾ ਜਾਂ ਖੱਤਰੀ ਨੂੰ, ਵੈਸ਼ ਸ਼ੂਦਰ ਨੂੰ ਸਾਹ ਨਹੀਂ ਦੇਣਾ। ਸਾਰਿਆਂ ਨਾਲ ਸਮਦਰਸ਼ੀ ਭਾਵ ਹੈ। ਆਕਾਸ਼ ਤੋਂ ਅਸੀਂ ਨਿਰਲੇਪਤਾ ਲਈ ਹੈ। ਸੰਸਾਰ 'ਚ ਰਹਿੰਦੇ ਹਾਂ ਨਿਰਲੇਪ ਰਹਿਣਾ। ਜੈਸੇ ਜਲ ਮੈਂ ਕਮਲ ਨਰਾਲਮ, ਮੁਰਗਾਈ ਨੇ ਸਾਣੇ, ਸੁਰਖ ਸ਼ਬਦ ਭਵ ਸਾਗਰ ਕਰੀਐ, ਨਾਨਕ ਨਾਮ ਬਖਾਨੈ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਇਹ ਜਿਹੜੀ ਨਿਰਲੇਪ ਅਵਸਥਾ, ਇਹ ਆਕਾਸ਼ ਤੋਂ ਅਸੀਂ ਸਿੱਖਿਆ ਲਈ ਹੈ। ਦੂਸਰਾ ਵਾਯੂ, ਇਹ ਤੋਂ ਸਮਦਰਸ਼ੀ ਭਾਵ ਲਿਆ, ਸਮਦਰਸ਼ਤਾ। ਹਵਾ ਸਾਰਿਆਂ ਨੂੰ ਇੱਕ ਸਮਾਨ ਹੈ।
जैसे राजाओं को तुल पावान। राजा है कंगाल है, हवा तो सारिਆਂ ਨੂੰ ਇੱਕੋ ਜਿਹਾ ਹੀ ਸਵਾਸ ਸਾਹ ਦਵਾ ਰਹੀ ਹੈ। ਇਸ ਵਾਸਤੇ ਹਵਾ ਤੋਂ ਇਹ ਸਮਦਸ਼ਤਾ ਵਾਲਾ ਗੁਣ ਗ੍ਰਹਿਣ ਕੀਤਾ ਹੈ। और अगे फिर अग्नि है। अग जड़ी है इस तो प्रकाश लिया, और प्रकाश वाला जड़ा भाव है ये अग्नि तत्त तो असी ग्रहण किया, क्योंकि प्रकाश तो बिना भी बड़ा कलेश हुंदा। अंधकार सुख कबहू न सोई है, राजा रंक दो मिल रोई है। हनेरा जड़ा दुखदाई है, हनेरे विच बड़े औगण हुंदे है, ठेडे वजदे है, लुट खसुट हुंदी है, हनेरे विच भै भी हुंदा है। इस करके प्रकाश जड़ा इतों अज्ञान भी पाप भी भजदे है। पापी बंदे तो हनेरा ही चाहुंदे ना। प्रकाश बड़ी चीज है। अग तो असी प्रकाश का गुण लिया। पहला लोग पत्थर से घर आके उत्ते पत्थर मारते सी, अग पैदा होंदी सी, प्रकाश बुझण नहीं सी दिंदे। इस तरह का चलता रहा धातु युग विच। फिर मनुष्य अगे वधिया, और मिट्टी का तेल वगैरह उतों फिर सरों तिलों चों तेल लिया, दीवे बालते रहे। इस तरह गांह ते गांह वाधा तुरया गया। बिजली है वो जिन्ने वाट का बल्ब है उन्ना ही प्रकाश ज्यादा करता है, पर फिर भी अज्ञानता का हनेरा तो उमें किवें है। सूरज दिन का प्रकाश क्या, चंद्रमा रात का है। बिजली तो भी सहारा इंसान दिन रात लै रहा है। पर जिहड़ा हिरदे विच अज्ञानता का हनेरा है वो ज्यों का त्यों बनया होया। उहदे करके भी बड़े गलत काम हो रहे हैं। वो किवें दूर होवे? उहदे वास्ते ज्ञान का दीवा है। सतगुर शब्द अजारो दीपा, बिन सो अंधकार तिह मंदर, रतन कोठड़ी खुली अनूपा। ये ज्ञान का दीवा गुर बिन घोर अंधार, गुरु बिन समझ न आवे। ये ज्ञानता का गाढ़ा हनेरा है। गुरबाणी इस जग में चानन करम वसै मन आए। ये शब्द ज्ञान का दीवा है। सो इस वास्ते निरा अखरां की पढ़ाई कर लेनी वखरी चीज, पर अखर उस अक्षर ब्रह्म परमात्मा वल तुरन का उपदेश दिंदे है। सड़कों के मील पत्थर लगे हुए है, लिखिया होया दिल्ली तो इन्ने मील है,
ਇਹ ਤਾਂ ਜੱਫਾ ਪਾ ਕੇ ਮੀਲ ਪੱਥਰ ਨੂੰ ਬਹਿ ਗਿਆ, ਪੇਟ ਬਾਟ ਮੁੱਕਣੇ ਨੇ। ਤੇ ਜੇ ਅੱਖਰ ਪੜ੍ਹ ਕੇ ਤੁਰਦੇ ਗਏ, ਬਾਟ ਘਟਦੀ ਜਾਊਗੀ, ਫਿਰ ਦਿੱਲੀ ਪਹੁੰਚ ਜਾਵਾਂਗੇ। ਤੇ ਜੇ ਅੱਖਰ ਨੂੰ ਫੜ ਕੇ ਬੈਠੇ ਰਹੇ, ਅੱਖਰ ਕਹਿ ਕੀ ਰਿਹਾ, ਉਧਰ ਤੁਰੇ ਨਹੀਂ, ਤੇ ਫਿਰ ਕਾਲਾ ਅੱਖਰ ਭੈਂਸ ਬਰਾਬਰ ਹੀ ਬਣ ਜਾਂਦਾ ਹੈ। ਉਹ ਕੋਈ ਪੜ ਗਿਆ ਸੀ ਨਾ ਬਹੁਤ, ਉਹ ਕਹਿਣ ਲੱਗਾ ਮੇਰੀ ਮੁੱਠ ਵਿੱਚ ਕੀ ਹੈ? ਕਹਿੰਦਾ ਕਾਲੀ ਚੀਜ਼ ਹੈ। ਕਹਿੰਦੇ ਇਹ ਤਾਂ ਫਿਰ ਠੀਕ ਆ, ਇਹ ਕਾਲੀ ਚੀਜ਼ ਹੈ ਕਿ ਆਖੇ ਕਟਾ? ਕਹਿੰਦੇ ਮੁੱਠ ਵਿੱਚ ਕਟਾ ਕਿਵੇਂ ਆ ਜਾਊਗਾ? ਇਹ ਤਾਂ ਦੱਸ ਦਿੱਤਾ ਜੋਤਿਸ਼ਨਾ, ਇਹ ਕਾਲੀ ਚੀਜ਼ ਹੈ। ਇਸ ਤਰ੍ਹਾਂ ਜਿਵੇਂ ਉਹ ਪੜ੍ਹ ਕੇ ਪੜ੍ਹਾਕੂ ਆਏ ਸੀ ਨਾ ਕਾਸ਼ੀ ਤੋਂ, ਇੱਕ ਦਾ ਅਸੀਂ ਦੱਸ ਦੇਣਾ ਵੀ ਹੱਡੀ, ਦੂਜੇ ਨੇ ਹੱਡੀਆਂ ਇਕੱਠੀਆਂ ਕਰਨੀਆਂ, ਤੀਜੇ ਨੇ ਪਿੰਜਰ, ਚੌਥੇ ਨੇ ਖੱਲ ਲਾ ਕੇ ਜਾਨ ਪਾਉਣੀ। ਇਹ ਹੱਡੀ ਸ਼ੇਰ ਦੀ ਹੈ। ਕੁਲਬੂ ਤਿਆਰ ਹੋ ਗਿਆ ਜਿਲੇ ਹੁਣ ਜਾਨ ਪਾਉਣੀ, ਇਹ ਨਹੀਂ ਸੋਚਿਆ ਵੀ ਸ਼ੇਰ ਸਾਨੂੰ ਖਾਊਗਾ ਨਹੀਂ। ਉਹ ਪੜਾਕੂਆਂ ਦੀ ਵਿਦਿਆ ਉਹਨਾਂ ਦੀ ਬੈਰੀ ਬਣੀ ਕਿ ਮਿੱਤਰ ਬਣੀ। ਅੱਜ ਕੱਲ੍ਹ ਬਹੁਤੇ ਪੜਾਕੂ ਤਾਂ ਇਵੇਂ ਹੀ ਆ, ਬਹੁਤ ਪੜ੍ਹ ਗਿਆ, ਪੜ੍ਹਦਾ ਪੜ੍ਹ ਗਿਆ ਚਾਰੇ ਵੇਦ, ਹਿਰਦੇ ਇੱਕ ਨਾ ਉਪਜੀ ਰਹਿਆ ਢੇਡ ਦਾ ਢੇਡ। ਉਹ ਪੜ੍ਹ ਲਿਖ ਕੇ, ਪੜ੍ਹੇ ਲਿਖੇ ਵੀ ਮੂਰਖ ਬਹੁਤ ਫਿਰਦੇ ਆ। ਇਹ ਨਹੀਂ ਵੀ ਅਨਪੜ੍ਹ ਹੀ ਮੂਰਖ ਹੈ, ਪੜ੍ਹਿਓ ਵੀ ਮੂਰਖ ਹੈਗੇ ਆ। ਤੂੰ ਜਿਹੜਾ ਅੱਖਰ ਕਹਿ ਰਿਹਾ ਸੀ ਉਧਰ ਨਹੀਂ ਤੁਰੇ ਹੈ। ਉਹ ਪੱਥਰਾਂ ਤੇ ਮੀਲ ਪੱਥਰ ਲਿਖੇ ਸੀ, ਉਹਨਾਂ ਨੂੰ ਜੱਫੇ ਮਾਰ ਕੇ ਬੈਠੇ ਰਹੇ। ਅੱਖਰ ਕੀ ਕਹਿ ਰਿਹਾ ਸੀ, ਉਧਰ ਕਦਮ ਪੁੱਟਿਆ ਨਹੀਂ। ਇਸ ਕਰਕੇ ਵੀ ਉਹਨਾਂ ਦਾ ਪੜ੍ਹਿਆ ਹੋਇਆ ਜ਼ਿਆਦਾ ਲਾਭਦਾਈ ਨਹੀਂ। ਜਾਂ ਹਉਮੈ 'ਚ ਰਹੇ, ਸਾਨੂੰ ਕਿਸੇ ਸਿਆਣੇ ਦੀ ਸੰਗਤ ਦੀ ਲੋੜ ਹੀ ਨਹੀਂ। ਅਸੀਂ ਤਾਂ ਇੰਨੀਆਂ ਕਿਤਾਬਾਂ ਪੜ੍ਹ ਲਈਆਂ, ਉਹ ਵੀ ਮਾਰ ਖਾ ਜਾਂਦੇ ਆ। ਹੁਣ ਕਈ ਬਜ਼ੁਰਗ ਭਾਵੇਂ ਅਨਪੜ੍ਹ ਆ, ਜ਼ਿੰਦਗੀ ਦੇ ਤਜਰਬੇ ਕਾਫੀ ਹੁੰਦੇ ਆ, ਉਹ ਇੱਕ ਵੱਖਰੀ ਚੀਜ਼ ਹੁੰਦੀ ਹੈ। ਪ੍ਰੈਕਟੀਕਲ ਜਿਹੜਾ ਹੁੰਦਾ ਹੈ, ਸੋ ਇਸ ਵਾਸਤੇ ਪ੍ਰਕਾਸ਼, ਇਹ ਹਿਰਦੇ ਦਾ ਹਨੇਰਾ ਦੂਰ ਕਰਨ ਵਾਸਤੇ ਇਹ ਗਿਆਨ ਪ੍ਰਕਾਸ਼ ਦੀ ਵੀ ਲੋੜ ਹੈ। ਤੇ ਅੱਜ ਕੱਲ੍ਹ ਤਾਂ ਗਿਆਨੀਆਂ ਨੇ ਬਹੁਤ ਦੁਬਿਧਾ ਖੜੀ ਕੀਤੀ ਹੋਈ ਹੈ। ਇੱਕ ਕੁਝ ਬੋਲ ਜਾਂਦਾ, ਦੂਆ ਕੁਝ, ਉਹ ਆਪਸ ਸਿੰਘ ਫਸਾਈ ਫਿਰਦੇ ਆ। ਇੱਕ ਦੂਜੇ ਦੀ ਭੰਡੀ ਕਰੀ ਜਾਂਦੇ ਆ, ਨੈਟਾਂ ਦੇ ਦੇਖ ਲਓ ਕਰ ਕਰਕੇ। ਇੱਕ ਕੁਝ ਬੋਲ ਜਾਂਦਾ, ਦੂਆ ਕੁਝ ਬੋਲਦਾ। ਆਮ ਪਬਲਿਕ ਨੂੰ ਪੰਪਲ ਭੂਸੇ ਪਾਇਆ ਹੋਇਆ ਇਹਨਾਂ ਨੇ। ਬਸ ਲੜੀ ਜਾਂਦੇ, ਝਗੜੀ ਜਾਂਦੇ ਆ, ਬਾਣੀ ਦੇ ਉੱਤੇ ਬਹਿਸ ਕਰੀ ਜਾਂਦੇ ਆ। ਇਹੋ ਜਿਹਾ ਬੜਾ ਚੱਲ ਰਿਹਾ, ਤੁਸੀਂ ਦੇਖਦੇ ਹੀ ਆ। ਜ਼ਿਆਦਾ ਕੁਛ ਜਿਹੋ ਜਿਹਾ ਚੱਲ ਰਿਹਾ ਕੰਮ ਹੈ। ਗਿਆਨੀ ਲੋਕ ਆਮ ਲੋਕਾਂ 'ਚ ਘੱਟ ਆ। ਜਿਹੜੇ ਆਪਣੇ ਨੂੰ ਗਿਆਨੀ ਧਿਆਨੀ ਕਹਿੰਦੇ ਆ, ਉਹ ਜ਼ਿਆਦਾ ਇੱਧਰ ਪਏ ਹੋਏ ਆ। ਆਹ ਗੱਲ ਸਹੀ ਹੈ, ਇਹ ਗੱਲ ਗਲਤ ਹੈ। ਤੇ ਜਿਹੜੇ ਉਹਨਾਂ ਦਾ ਆਪਣਾ ਹੀ ਯਕੀਨ ਹੈ ਨਹੀਂ, ਇਹਨਾਂ ਦੇ ਸਰੋਤੇ ਦੱਸੋ ਇਹਨਾਂ ਤੋਂ ਕੀ ਲਾਭ ਲੈਣਗੇ। ਇਹ ਜਿਹਾ ਉਹ ਪੱਖਵਾਦ ਬਣਿਆ ਹੋਇਆ, ਜਿਹਦੇ ਨਾਲ ਪੱਖ ਆ, ਭਾਵੇਂ ਉਹਦੀ ਗਲਤ ਆ, ਉਹਨੂੰ ਸਹੀ ਕਹਿ ਕੇ ਮੰਨੀ ਜਾਂਦੇ ਆ। ਕਿ ਉਹਦਾ ਪੱਖ ਹੈ ਨਹੀਂ, ਉਹਦੀ ਸਹੀ ਨੂੰ ਗਲਤ ਮੰਨੀ ਜਾਂਦੇ ਆ। ਇਹ ਬੜਾ ਵਿਵਾਦ ਚੱਲ ਰਿਹਾ ਇਸ ਵੇਲੇ। ਗਿਆਨੀ ਤੋਂ ਗਿਆਨੀ ਸੋ ਜਾਂ ਕਾ ਦ੍ਰਿੜ ਸੋਊ। ਗਿਆਨੀ ਅਸਲੀ ਤਾਂ ਉਹ ਹੀ ਆ ਜਿਹਨੇ ਮਨ ਦੇ ਅੰਦਰ
ਆਤਮ ਬੋਧ ਪੂਰੀ ਦ੍ਰਿੜਤਾ ਵਾਲਾ ਗਿਆਨ ਹੈ। ਤੇ ਜੇ ਹੈਗਾ 2 ਤੇ 2 4, ਉਹ ਨਿਆਣੇ ਨੂੰ ਪੁੱਛ ਲਓ, PhD ਪੜ੍ਹੇ ਨੂੰ ਪੁੱਛ ਲਓ, ਤੇ 2 ਤੇ 2 4 ਹੀ ਬਣਨੇ ਆ। ਇਸ ਤਰ੍ਹਾਂ ਦਾ ਚੱਲੀ ਜਾਂਦਾ ਕੰਮ। ਬਹੁਤ ਰੌਲਾ ਰੱਪਾ ਇਸ ਵੇਲੇ ਪਿਆ, ਖਾਸ ਕਰਕੇ ਆਪਣੇ ਹੀ ਤਾਂ ਜ਼ਿਆਦਾ ਹੀ ਹੈ ਸਿੱਖਾਂ। ਇਹੋ ਜਿਹਾ ਕਿਉਂ ਮੰਡਣ ਕਰਨ ਵਾਸਤੇ ਤਾਂ ਬੜਾ ਟਾਈਮ ਲੱਗਦਾ, ਖੰਡਣ ਨੂੰ ਤਾਂ ਸਕਿੰਟ ਹੀ ਲੱਗਦਾ ਨਾ। ਚੰਦਨ ਦਾ ਬੂਟਾ ਲਾਉਣ ਲੱਗਿਆ ਬੜੀ ਮਿਹਨਤ ਕਰਨੀ ਪੈਂਦੀ ਹੈ। ਸਿਆਣਾ ਮਾਲੀ ਲਾਊਗਾ, ਵੱਢਣ ਨੂੰ ਤਾਂ ਮੂਰਖ ਮਿੰਟ ਵੀ ਨਹੀਂ ਲਾਏਗਾ ਕੁਹਾੜਿਆਂ ਨਾਲ। ਇਸ ਤਰ੍ਹਾਂ ਦਾ ਹੀ ਹੈ। ਸੋ ਇਸ ਵਾਸਤੇ ਫਿਰ ਕਹਿੰਦੇ ਅੱਗੇ ਆ ਗਿਆ ਜਲ। ਜਲ ਤੋਂ ਕਹਿੰਦੇ ਸੀਤਲਤਾ ਲੈਣੀ ਹੈ। ਇਹ ਸੀਤਲਤਾ ਲਈ ਹੈ ਸ਼ਾਂਤ ਅਵਸਥਾ। ਜਦੋਂ ਮਨ ਦੇ ਫੁਰਨੇ ਛੰਕੇ ਖਤਮ ਹੋ ਜਾਂਦੇ ਫਿਰ ਮਨ ਸ਼ਾਂਤ ਹੋ ਜਾਂਦਾ। ਫੁਰਨੇ ਨਹੀਂ ਟਿਕਣ ਦਿੰਦੇ, ਫੁਰਨੇ ਲੜਾਈ ਫਿਰਦੇ, ਭਜਾਈ ਫਿਰਦੇ। ਫੁਰਨਿਆਂ ਦੇ ਅਧੀਨ ਹੋਇਆ, ਪਾਪ ਪੁੰਨ ਵੀ ਕਰ ਰਿਹਾ, ਕਈ ਕੁਝ ਕਰ ਰਿਹਾ। ਔਰ ਫੁਰਨਿਆਂ ਦੇ ਉੱਤੇ ਕਾਬੂ ਨਹੀਂ ਪੈਂਦਾ, ਦੁਖੀ ਹੋ ਜਾਂਦਾ ਹੈ, ਅਸ਼ਾਂਤ ਹੋ ਜਾਂਦਾ ਹੈ। ਇਹ ਜਲ ਤੋਂ ਸੀਤਲਤਾ ਲੈਣੀ ਹੈ। ਅੱਗੇ ਆ ਗਈ ਧਰਤੀ, ਜਿਵੇਂ ਪ੍ਰਵਾਹ। ਜਲ ਜਿਹੜਾ ਬਹਿਣ ਵਾਲਾ ਉਹ ਸਦਾ ਸਾਫ਼ ਰਹਿੰਦਾ। ਜਲ ਤੋਂ ਇਹ ਵੀ ਸਿੱਖਿਆ ਲੈਣੀ, ਹਮੇਸ਼ਾ ਨੇਕੀ ਵਾਲੇ ਪਾਸੇ ਤੁਰੇ ਰਹਿਣਾ ਹੈ। ਇਹ ਮਨ ਸ਼ੁੱਧ ਰਹਿੰਦਾ ਹੈ। ਤੇ ਜਦੋਂ ਇਹ ਆਲਸ ਕਰਕੇ ਬੈਠ ਜਾਂਦਾ, ਇਹਦੇ ਅੰਦਰ ਬੜੇ ਦੋਸ਼, ਬੜੇ ਉਪਦਰਵ ਪੈਦਾ ਹੋ ਜਾਂਦੇ ਆ। ਵਿਹਲਾ ਮਨ ਸ਼ੈਤਾਨ ਦੀ ਟੂਟੀ ਬਣ ਜਾਂਦਾ। ਭਲਾਈ ਵਾਲੇ, ਨੇਕੀ ਵਾਲੇ, ਨਿਤਨੇਮ ਕਰ ਲਿਆ, ਸਤਸੰਗਤ ਕਰ ਲਈ, ਕੋਈ ਸੇਵਾ ਕਰ ਲਈ, ਕੋਈ ਪਰਉਪਕਾਰ ਦੇ ਕੰਮ ਕਰ ਲੈ, ਬਸ ਮਨ ਕੇ ਸ਼ੁੱਧ ਰਹਿੰਦਾ। ਚੰਗੇ ਪੁਰਸ਼ਾਂ ਦੀ ਸੰਗਤ ਨਾਲ ਕਰਦੇ ਰਹੀਏ, ਨਾਮ ਬਾਣੀ ਦਾ ਅਭਿਆਸ, ਸੇਵਾ ਸਿਮਰਨ ਦਾ ਪੱਖ ਗ੍ਰਹਿਣ ਕਰੀਏ। ਇਹ ਵਿਹਲਾ ਮਨ ਫਿਰ ਕਈ ਤਰ੍ਹਾਂ ਦੇ ਉਪਦਰਵ ਕਰਦਾ ਹੈ ਨਾ। ਹੁਣ ਤਾਂ ਜ਼ਿਆਦਾ ਸੰਗਤ ਮੋਬਾਈਲ ਦੀ ਕਰਦੇ ਹਨ, ਲੋੜ ਨਹੀਂ ਸਮਝਦੇ। ਕਿਸੇ ਚੰਗੇ ਵਿਦਵਾਨ ਸਾਧੂ ਸੰਤ ਦੀ ਸੰਗਤ ਕਰਨੀ ਹੈ, ਉੱਥੇ ਨਿਆਣੇ ਗੇਮਾਂ ਦੇਖੀ ਜਾਂਦੇ ਆ, ਜਾਂ ਉਹ ਕਾਰਟੂਨ ਜਿਹਾ ਦੇਖੀ ਜਾਂਦੇ ਆ, ਜਾਂ ਹੋਰ ਕਈ ਕੁਛ। ਚੰਗਾ ਵੀ ਬਹੁਤ ਭਰਿਆ ਹੈ, ਬੁਰਾ ਵੀ ਬਹੁਤ ਭਰਿਆ ਹੈ। ਚੰਗੇ ਨੂੰ ਲੋਕ ਘੱਟ ਦੇਖਦੇ ਆ, ਬੁਰੇ ਨੂੰ ਜ਼ਿਆਦਾ ਦੇਖਦੇ ਆ, ਕਿਉਂ ਅੰਦਰ ਬੁਰਾਈ ਦਾ ਪ੍ਰਭਾਵ ਜ਼ਿਆਦਾ ਹੁੰਦਾ। ਇਸ ਵਾਸਤੇ ਜਲ ਤੋਂ ਪ੍ਰਵਾਹ ਵਾਲਾ ਭਾਵ, ਜਿਵੇਂ ਉਹ ਸਮੁੰਦਰ ਨੂੰ ਮਿਲਣ ਵਾਸਤੇ ਦਰਿਆ ਤੁਰਿਆ ਰਹਿੰਦਾ, ਸਾਫ਼ ਰਹਿੰਦਾ ਪਾਣੀ। ਜਦੋਂ ਖਲੋ ਗਿਆ ਫਿਰ ਤਾਂ ਛੱਪੜ ਹੀ ਬਣ ਗਿਆ, ਬਦਬੋ, ਕੀੜੇ, ਕਿਰਮ, ਜਾਲਾ ਜੂਲਾ ਕਈ ਕੁਛ ਹੋ ਜਾਂਦਾ। ਇਸ ਤਰ੍ਹਾਂ ਜਿਹੜਾ ਨੇਕੀ ਪਰਉਪਕਾਰ ਵਾਲਾ ਕੰਮ ਛੱਡ ਕੇ ਬਹਿ ਗਿਆ, ਉਹਦੇ ਅੰਦਰ ਵੀ ਬੜੇ ਦੋਸ਼ ਪੈਦਾ ਹੋ ਜਾਂਦੇ ਆ। ਇਸ ਵਾਸਤੇ ਔਰ ਫਿਰ ਅੱਗੇ ਆ ਗਈ ਧਰਤੀ। ਧਰਤੀ ਤੋਂ ਖਿਮਾ ਹੈ, ਧੀਰਜ। ਬਸਦਾ ਕੋਈ ਖੋਦਾ, ਕੋਈ ਚੰਦਨ ਲਈ ਕੋਈ ਪੁੱਟੀ ਜਾਏ, ਕੋਈ ਚੰਦਨ ਨਾਲ ਲਿਪੀ ਜਾਏ, ਉਹਦਾ ਕਿਸੇ ਨੂੰ ਕੁਝ ਨਹੀਂ ਕਹਿੰਦੀ। ਖਿਮਾ ਵਾਲਾ ਭਾਵ ਕਹਿੰਦੇ ਪੰਜ ਭੂ ਟੋਪੀ। ਇਹ ਪੰਜ ਜਿਹੜੇ ਤੱਤ, ਇਹਨਾਂ ਤੋਂ ਅਸੀਂ ਜਿਹੜੇ ਸ਼ੁਭ ਗੁਣ ਲਏ ਆ ਸਿੱਧੋ, ਇਹ ਅਸੀਂ ਪੰਜਾਂ ਟਾਕੀਆਂ ਵਾਲੀ ਟੋਪੀ ਜਿਹੜੀ ਹੈ ਇਹ ਧਾਰਨ ਕੀਤੀ ਹੈ। ਬਾਕੀ ਲੀਰਾਂ ਦੀ ਬਨੌਟੀ ਟੋਪੀ ਦੀ ਸਾਨੂੰ ਲੋੜ ਨਹੀਂ। ਜਦੋਂ ਸਾਡੇ ਅੰਦਰੋਂ ਕਿਸੇ ਤੋਂ ਪਦਾਰਥ ਲੈਣ ਦੀ ਇੱਛਾ ਹੀ ਖਤਮ ਹੋ ਗਈ, ਅਸੀਂ ਖੱਪਰ ਨੂੰ ਮੁੰਦਾ ਕਰ ਦਿੱਤਾ। ਸਿੱਧਾ ਕਰਾਂਗੇ ਤੇ ਮੰਗਣ ਵਾਲਾ ਭਾਵ ਆ,
ਪਰਮੁੰਦਾ ਕਰ ਦਈਏ ਕਿ ਫਿਰ ਆਪਾਂ ਨੂੰ ਕੁਝ ਚਾਹੀਦਾ ਨਹੀਂ। ਸਾਰਾ ਸੰਸਾਰ ਤਾਂ ਖੱਪਰ ਅੱਡੀ ਫਿਰਦਾ ਨਾ। ਉਹ ਇਸੇ ਤਰ੍ਹਾਂ ਹੀ ਹੈ, ਉਹਨਾਂ ਨੇ ਠੂਠੇ ਬਣਾਏ ਹੋਏ ਹੈ। ਹਰ ਵੇਲੇ ਮੰਗਤਿਆਂ ਦਾ ਸੰਸਾਰ ਹੈ। ਢਿੱਡ ਨਹੀਂ ਭਰਦਾ, ਵਿਆਹ ਸ਼ਾਦੀਆਂ, ਕੁੜੀ ਪੜ੍ਹਾ ਲਿਖਾ ਕੇ ਦੇਤੀ, ਕਿੰਨਾ ਕੁਝ ਦਿੰਦੇ, ਤੇ ਕਿਹੜਾ ਢਿੱਡ ਭਰਦਾ। ਇਹ ਗਾਹਾਂ ਤੇ ਗਾਹਾਂ ਹੋਰ ਮੰਗਾਂ ਸ਼ੁਰੂ ਹੋ ਜਾਂਦੀਆਂ। ਫਿਰ ਲੜਾਈ ਝਗੜੇ ਫਸਾਦ ਮੌਤਾਂ ਤੱਕ ਪਹੁੰਚ ਜਾਂਦੇ ਆ। ਕਿੰਨਾ ਕੁਛ ਹੋ ਰਿਹਾ। ਉਹ ਮੰਗਾਂ ਗਾਂ ਤੇ ਗਾਂ ਵਧੀ ਜਾਂਦੀਆਂ ਨਾ। ਕਈ ਵਾਰ ਤਾਂ ਦੇਖਣ ਸੁਣਨ 'ਚ ਐਸਾ ਹੁੰਦਾ, ਵਿਆਹ ਦੀਆਂ ਡੇਟਾਂ ਬੰਨ੍ਹ ਲਈਆਂ, ਅਖੰਡ ਪਾਠ ਸਾਹਿਬ ਵੀ ਕਰਾ ਲਏ, ਕਾਟ ਵੀ ਛਪੇ ਹੋਏ ਹੈ, ਬਰਾਤ ਆਉਣ ਦਾ ਦਿਨ ਵੀ ਨਿਸ਼ਚਿਤ ਹੈ। ਪਹਿਲਾਂ ਨਹੀਂ ਜੀ, ਸਾਨੂੰ ਚਾਹੀਦਾ ਕੋਈ ਨਹੀਂ, ਆਪਾਂ ਨੂੰ ਤਾਂ ਬਸ ਸਿੱਖੀ ਅਸੂਲਾਂ ਦੀ ਗੱਲ ਹੈ। ਬਾਅਦ ਸੁਨੇਹਾ ਆ ਜਾਂਦਾ ਕਿ ਆਪਾਂ ਨੂੰ ਫਲਾਨੀ ਕਾਰ ਚਾਹੀਦੀ ਹੈ। ਉਹ ਹੁਣ ਵਿਚਾਰੇ ਕਹਿੰਦੇ ਜਾਂਦਾ ਪਹਿਲਾਂ ਦੱਸਦੇ, ਆਪਣੀ ਤੇ ਨਹੀਂ ਸਮਰੱਥਾ ਨਹੀਂ। ਅਖੰਡ ਪਾਠ ਸਾਹਿਬ ਹੋ ਗਿਆ, ਕਾਟ ਛਪਿਆ, ਵਿਆਹ ਦਾ ਦਿਨ ਨਿਸ਼ਚਿਤ ਆ, ਤੇ ਲਾਵਾਂ ਤੋਂ ਪਹਿਲਾਂ ਹੀ ਡਿਵੋਰਸ ਹੋ ਗਿਆ। ਇਹੋ ਜਿਹਾ ਬਹੁਤ ਹੋ ਰਿਹਾ। ਜਾਂ ਵਿਆਹ ਕਰ ਲਿਆ, ਫਿਰ ਛਾੜੀ ਛਡਾਈ ਵਾਸਤੇ ਫਿਰ 15 ਜਾਂ 20 ਲੱਖ ਰੁਪਈਆ ਲੈ ਕੇ ਫੇਰ ਛੱਡਣਾ। ਕਈਆਂ ਨੇ ਇਹੋ ਜਿਹਾ ਵਪਾਰ ਵੀ ਬਹੁਤ ਬਣਾ ਲਿਆ। ਇਹ ਜਿਹਾ ਵੀ ਚੱਲਣ ਡਿਆ। ਤੇ ਜੂਏ ਵਿੱਚ ਤਾਂ ਫੇਰ ਕਿਤੇ ਦਾ ਲੱਗੂ ਨਾ, ਆਹ ਵਧੀਆ। ਕਿਉਂਕਿ ਉਹ ਬਾਸ਼ਨਾ ਜਿਹੜੀਆਂ, ਬਾਸ਼ਨਾ ਦੇ ਅਧੀਨ ਹੋਇਆ ਬੰਦਾ ਕਿਹੜੇ ਕਿਹੜੇ ਕਰਮ ਕਰਤੂਤ ਨਹੀਂ ਕਰ ਰਿਹਾ। ਸੋ ਇਸ ਵਾਸਤੇ ਇਹ ਖਿਮਾ ਵਾਲਾ ਭਾਵ ਧਰਤੀ ਤੋਂ ਜਿਉਂ ਬਸਦਾ ਉਹ ਖੋਦਾ ਉਹ ਚੰਦਨ ਲੇਖ। ਇਹ ਜਿਹੜੇ 5 ਤੱਤ ਸਿੱਧੋ ਜੋਗੀਓ, ਅਸੀਂ ਇਹਨਾਂ ਤੋਂ ਜਿਹੜਾ ਇਹ ਗੁਣ ਇੱਕ ਇੱਕ ਲਿਆ, ਇਹ ਅਸੀਂ 5 ਟਾਕੀਆਂ ਵਾਲੀ ਟੋਪੀ ਧਾਰੀ ਹੋਈ ਹੈ। ਅੱਜ ਕੱਲ੍ਹ ਤਾਂ ਕਦੀ ਮੋਬਾਈਲਾਂ ਵਾਲਿਓ ਇਸ ਤਰ੍ਹਾਂ ਨਾ ਕਰਿਆ ਕਰੋ, ਕੋਈ ਤਾਂ ਤਮਾਸ਼ਾ ਬਣਾਇਆ ਹੋਇਆ, ਐਸਾ ਨਹੀਂ ਕਰੀਦਾ। ਕਥਾ ਵਾਰਤਾ ਹੋ ਰਹੀ। ਸੋ ਇਸ ਵਾਸਤੇ 5 ਤੱਤਾਂ ਦੀ ਧਾਰਨਾ, ਆਕਾਸ਼ ਤੋਂ ਨਿਰਲੇਪਤਾ, ਹਵਾ ਤੋਂ ਸਮਦਰਸ਼ਤਾ, ਅੱਗ ਤੋਂ ਪ੍ਰਕਾਸ਼ਤਾ, ਪਾਣੀ ਤੋਂ ਸ਼ੀਤਲਤਾ, ਧਰਤੀ ਤੋਂ ਖਿਮਾ ਵਾਲਾ ਭਾਵ, ਕਿਸੇ ਦਾ ਅਪਰਾਧ ਬਖਸ਼ ਦੇਣਾ। ਇਹ 5 ਤੱਤਾਂ ਦੀ ਧਾਰਨਾ ਜਿਹੜੀ, ਇਹ ਸਿੱਧੋ ਅਸੀਂ ਇਹ ਸ਼ੁਭ ਗੁਣਾਂ ਦੀ ਟੋਪੀ ਧਾਰੀ ਹੈ। ਆਹ ਟੋਪੀਆਂ ਜਿਹੀਆਂ ਨਹੀਂ ਲਈ ਫਿਰਦੇ ਆ। ਉਹ ਛਿਜਰਾ ਜਿਹਾ ਕਦੀ ਸਿਰ ਮੂਹਰੇ ਕਰ ਲਿਆ ਤੇ ਕਦੀ ਪਿੱਛੇ ਪਿੱਛੇ ਕਰ ਲਿਆ। ਹੁਣ ਤਾਂ ਬਹੁਤ ਰੰਨੀਆਂ ਬਣੀਆਂ ਹੋਈਆਂ। ਇਹੋ ਜਿਹਾ ਬਹੁਤ ਮਾਰਨ ਤੇ ਇਹਨਾਂ ਟੋਪੀਆਂ ਲਈ ਬੜਾ ਸਖਤ ਕਿਹਾ ਸੀ। ਸਿੰਘ ਹੋਏ ਕਿ ਟੋਪੀ ਧਰੈ 7 ਜਨਮ ਕੁਸ਼ਟੀ ਹੋਏ ਮਰੈ। ਹੁਣ ਤਾਂ ਇਹ ਫੈਸ਼ਨ ਬਣਾਇਆ ਹੋਇਆ। ਆ ਜਿਹੜੇ ਨਵੀਨ ਸਿੱਖਾਂ ਨੇ ਇਹਦੇ 'ਚ ਬੜਾ ਫਖਰ ਸਮਝਣ ਲੱਗ ਪਿਆ ਤੇ ਸਾਬਤ ਸੂਰਤ ਦਸਤਾਰ ਵਿਸਰਾ ਬਣਾਇਆ ਸੀ, ਉਹ ਛੱਡਤਾ। ਗੁਰਦੁਆਰਿਆਂ 'ਚ ਆ ਕੇ ਵੀ ਰਮਾਲਾ ਜੀ ਦੇ ਫਿਰਦੇ ਜੀ, ਸਾਨੂੰ ਸਿਰ ਢੱਕਣ ਨੂੰ ਦਿਓ। ਬਾਕੀ ਆ ਬੁੰਗੜੀਆਂ ਸੁੰਗੜੀਆਂ ਸਿਰ ਢੱਕਣ ਲਈ ਹੈਗੀਆਂ, ਸਰੀਰ ਢੱਕਣ ਲਈ, ਸਿਰ ਢੱਕਣ ਲਈ ਬਹੁਤ ਔਖਾ ਹੋ ਗਿਆ।
ਬਸ ਗੁਰਦੁਆਰੇ ਵੜਨ ਲੱਗਿਆ ਉਹ ਰੁਮਾਲੀ ਜੇ ਬੰਨਣੇ ਆ, ਦਰਾਜੋਂ ਬਾਹਰ ਉਦੋਂ ਲਾ ਕੇ ਪਰੇ ਮਾਰਦੇ, ਇੰਨੀ ਛੇਤੀ ਬਹੁਤ ਬੋਝ ਹੋ ਜਾਂਦਾ, ਗਰਮੀ ਬੜੀ ਲੱਗਣ ਲੱਗ ਜਾਂਦੀ, ਭਾਰ ਬਹੁਤ ਲੱਗਦਾ। ਹੁਣ ਇਹ ਜਿਹਾ ਜ਼ਿਆਦਾ ਹੋਇਆ। ਪੰਜ ਟੋਪੀ ਔਰ ਜਿਹੜਾ ਮਨ ਨੂੰ ਬਕਾਰਾਂ ਨੂੰ ਉਂਦਾ ਮਾਰਨਾ, ਇਹ ਅਸੀਂ ਖੱਪਰ ਫੜਿਆ ਹੋਇਆ ਹੈ। ਬਾਸ਼ਨਾ ਤੋਂ ਰਹਿਤ ਜੋ ਆਪਣੇ ਆਪ ਨੂੰ ਕਰ ਲਿਆ ਹੈ। ਇਹ ਪੰਜਾਂ ਤੱਤਾਂ ਦੇ ਜਿਹੜੇ ਸ਼ੁਭ ਗੁਣ ਗ੍ਰਹਿਣ ਕੀਤੇ, ਇਹ ਪੰਜਾਂ ਟਾਕੀਆਂ ਦੀ ਟੋਪੀ ਧਾਰੀ ਹੋਈ ਹੈ। ਇਹ ਟੋਪੀ ਧਾਰਨ ਵਾਲੇ ਸੁਣ ਲੈਣ ਕਿ ਟੋਪੀ ਕਿਹੋ ਜਿਹੀ। ਆ ਦੱਸਿਆ ਮਹਾਰਾਜ ਨੇ ਕਿ ਇਹਨਾਂ 'ਚ ਗੁਣ ਹੈਗਾ, ਜਿਹੜੀਆਂ ਟੋਪੀਆਂ ਜਿਹੀਆਂ ਲਈ ਫਿਰਦੇ। ਪੰਜ ਭੂ ਟੋਪੀ, ਇਹ ਪੰਜ ਜਿਹੜੇ ਤੱਤਾਂ ਦੀ ਧਾਰਨਾ ਗੁਣ, ਇਹ ਪੰਜਾਂ ਟਾਕੀਆਂ ਵਾਲੀ ਸਿੱਧੋ ਟੋਪੀ ਧਾਰੀ ਹੋਈ ਹੈ। ਕਾਇਆ ਕੜਾਸਣ ਮਨ ਜਾਗੋਟੀ। ਕਾਇਆ ਸਰੀਰ ਔਰ ਇੰਦਰੀਆਂ ਨੂੰ ਜਿਹੜਾ ਕੱਢ ਕੇ ਕਾਬੂ ਕਰਕੇ ਰੱਖਣਾ, ਇਹ ਕੜਾਸਣ ਮਿਰਗਸ਼ਾਲਾ ਜਾਂ ਇਹ ਸੇਲੀ ਧਾਰੀ ਹੋਈ ਹੈ, ਜੋ ਛਾਤੀ ਦੇ ਉੱਪਰ ਬਲੇਟੀ ਹੁੰਦੀ ਹੈ। ਕਿ ਆਮ ਜਿਹੜੇ ਇੱਧਰ ਅਰਬ ਦੇਸਾਂ ਜਾਓ, ਸਿਰ ਤੇ ਪਰਨਾ ਜਿਹਾ ਹੁੰਦਾ, ਉਹਦੇ ਉੱਤੇ ਉਹ ਕਾਲੀ ਰੱਸੀ ਜਿਹੀ ਬਲੇਟੀ ਹੁੰਦੀ ਹੈ ਅਰਬੀ ਲੋਕਾਂ ਨੇ। ਜਿਹੜੇ ਸਿੱਧ ਲੋਕ ਸੀਗੇ ਉਹ ਵੀ ਇਸ ਤਰ੍ਹਾਂ ਸੇਲੀ ਟੋਪੀ ਕਹਿ ਦਿੰਦੇ ਆ, ਬੰਨ ਲੈਣੀ ਵੀ ਡਿੱਗੇ ਨਾ ਉਹ। ਨਿਹੰਗ ਕਈ ਉੱਤੇ ਖਜੂਰਿਆ ਜਾਂ ਕੱਸ ਕੇ ਬੰਨ ਲੈਂਦੇ ਆ ਵੀ ਦਸਤਾਰ ਨਾ ਡਿੱਗੇ। ਇਸ ਵਾਸਤੇ ਉਹ ਕਾਇਆ ਕੜਾਸਣ, ਜਿਹੜਾ ਕਾਇਆ ਸਰੀਰ ਨੂੰ ਕੱਢ ਕੇ ਰੱਖਣਾ, ਆਸਣ ਇਸਤਤ ਹੋਣਾ, ਡੋਲਣਾ ਨਹੀਂ, ਇਹ ਮਿਰਗਸ਼ਾਲਾ ਧਾਰੀ ਹੋਈ ਹੈ। ਅਥਵਾ ਇੰਦਰੀਆਂ ਨੂੰ ਕਾਬੂ ਕਰਨ ਵਾਸਤੇ ਜੰਜੀਰ ਬੰਨੀ ਹੋਈ ਹੈ। ਕਾਇਆ ਕੜਾਸਣ ਮਨ ਜਾਗੋਟੀ, ਜਿਹੜਾ ਮਨ ਨੂੰ ਗੁਰੂ ਨਾਲ ਜੋੜਨਾ ਹੈ। ਇਹ ਅਸੀਂ ਜਤ ਸਤ ਬ੍ਰਹਮਚਰਜ ਵਿੱਚ ਕਾਇਮ ਰਹਿਣਾ, ਇਹ ਲਗੋਟਾ ਸਜਾਇਆ ਹੋਇਆ ਹੈ। ਇਹ ਸਿੱਧੋ ਐਸਾ ਹੈ ਕਿ ਜੇ ਤੁਹਾਡੇ ਮਨ ਅੰਦਰ ਬਾਸ਼ਨਾ ਫਿਰਦੀਆਂ, ਮਾਈ ਮੰਗਤ ਤ੍ਰੈ ਲੋ ਆਵਾ, ਉਧਰ ਆਟਾ ਮੰਗਣ ਗਏ ਤੇ ਮਨ ਜਿਹੜਾ ਕਿਸੇ ਹੋਰ ਪਾਸੇ ਤੁਰਿਆ ਫਿਰਦਾ। ਔਰ ਇਸ ਤਰ੍ਹਾਂ ਟੋਪੀ ਟੋਪਾ ਰੱਖ ਲਿਆ ਕਿ ਅੰਦਰ ਇਹ ਸ਼ੁਭ ਗੁਣਾ ਰੂਪੀ ਭਾਵ ਨਹੀਂ ਪੈਦਾ ਹੋਏ। ਔਰ ਇਸ ਤਰ੍ਹਾਂ ਮਿਰਗਸ਼ਾਲਾ ਵੀ ਲਪੇਟ ਲਈ, ਤਿਆਗੀ ਬਣ ਗਏ ਤੇ ਮਨ ਦੇ ਅੰਦਰ ਵਿਕਾਰ ਤਿਆਗੇ ਨਹੀਂ। ਫਿਰ ਗੱਲ ਕਿਵੇਂ ਬਣੇਗੀ? ਇਸ ਵਾਸਤੇ ਕਹਿੰਦੇ ਇਹ ਅਸੀਂ ਜਗੋਟਾ ਗੁਰੂ ਨਾਲ ਜਿਹੜਾ ਮਨ ਨੂੰ ਜੋੜ ਲਿਆ, ਵਿਕਾਰਾਂ ਤੋਂ ਰਹਿਤ ਅਫੁਰ ਅਵਸਥਾ ਹੋ ਗਈ, ਬ੍ਰਹਮਚਰਜ ਵਿੱਚ ਪ੍ਰਪੱਕ ਅਵਸਥਾ ਧਾਰ ਲਈ, ਇਹ ਜਗੋਟਾ ਲਗੋਟਾ ਧਾਰਿਆ ਹੋਇਆ। ਆ ਕਹਿੰਦੇ ਦਾਰਾ ਪਹਿਲਵਾਨ ਜਿਹੜਾ ਹੋਇਆ ਨਾ, ਔਰ ਉਸਤਮੇ ਹਿੰਦ, ਇਹਨੂੰ ਸ਼ੌਕ ਹੋਇਆ ਪਹਿਲਵਾਨ ਬਣ। ਮਾਤਾ ਆਪਣੀ ਨੂੰ ਫੁਰਨਾ ਦੱਸਿਆ, ਬੜੇ ਲਾਡ ਨਾਲ ਪਾਲਿਆ, ਬੜੀਆਂ ਖੁਰਾਕਾਂ, ਬੜਾ ਗਿਆ। ਹੁਣ ਘਰ ਵਿੱਚ ਸ਼ੀਸ਼ੇ ਦੇਖ ਕੇ ਤਾਂ ਪਟਾਨੀਆਂ ਗੁਲੀਆਂ ਸਾਰੇ ਪਹਿਲਵਾਨ ਹਨ। ਉਹ ਤਾਂ ਅਖਾੜੇ ਨੇ ਦੱਸਣਾ ਪਹਿਲਵਾਨ ਕਿਹੜਾ। ਉਹ ਪਹਿਲੀ ਬੇਰੀ ਉਹਨੇ ਚੁੱਕ ਕੇ ਚਿੱਤ ਕਰਕੇ ਪਰੇ ਮਾਰਿਆ। ਬੜਾ ਸ਼ਰਮਿੰਦਾ ਹੋਇਆ। ਮਾਂ ਕੋ ਵੀ ਕਹਿੰਦੇ ਖਾ ਕੇ ਗੰਦ ਪਹਿਲੇ ਹੀ ਬਣਾਇਆ ਨਾ, ਇੰਨੀ ਖੁਰਾਕ ਖਲਾਈ ਸੀ। ਪਿੱਠ ਲਵਾ ਕੇ ਆ ਗਏ।
ਕਹਿੰਦਾ ਕਿਵੇਂ ਹੋ ਗਏ? ਕਹਿੰਦੇ ਤੈਂ ਉਸਤਾਦ ਨਹੀਂ ਬਣਾਇਆ। ਬਿਨਾਂ ਉਸਤਾਦ ਤੋਂ ਕਦੀ ਕੋਈ ਵਿਦਿਆ ਸਫਲ ਨਹੀਂ ਹੁੰਦੀ ਹੈ। ਜਿਹੜੇ ਆਪਣੇ ਆਪ ਜਾਂ ਕਿਤਾਬਾਂ ਕਤੂਬਾਂ ਪੜ੍ਹ ਕੇ ਗਿਆਨੀ ਧਿਆਨੀ ਬਣਦੇ, ਇਹਨਾਂ ਨੇ ਬਹੁਤਾ ਭੰਬਲ ਭੂਸਾ ਪਾਇਆ ਹੋਇਆ ਨਾ। ਅੱਜ ਕੋਈ ਗੁਰੂ ਪੀਰ ਹੈ ਨਹੀਂ, ਨੁਗਰੇ ਤੇ ਪੀਰੇ ਲੋਕ ਆ, ਉਹ ਵਾਧੂ ਘਾਟੂ ਗੱਲਾਂ ਕਰੀ ਜਾਂਦੇ। ਜਿਵੇਂ ਨੁਗਰਾ ਬਹੁਤ ਬਾਤਾਂ ਜਾਣੇ, ਨੁਗਰਾ ਆਦਮੀ ਗੱਲਾਂ ਬਹੁਤ ਜਾਣਦਾ ਹੁੰਦਾ, ਪੱਲੇ ਨਹੀਂ ਹੁੰਦਾ ਕੁਝ। ਫਿਰ ਕੇ ਸਿਆਣੇ ਪਹਿਲਵਾਨ ਕੋ ਗਿਆ ਕਿ ਮਹਾਰਾਜ ਮੈਂ ਇਸ ਖੇਤਰ ਵਿੱਚ ਆਉਣਾ ਚਾਹੁੰਦਾ। ਉਹ ਕਹਿੰਦੇ ਹੈ ਤਾਂ ਗੱਲ ਠੀਕ, ਜਵਾਨ ਵੀ ਸੋਹਣਾ ਤੂੰ, ਖੁਰਾਕ ਵੀ ਸੋਹਣੀ ਖਾ ਪੀ ਰਿਹਾ, ਬੋਡੀ ਵੀ ਬਣੀ ਸੋਹਣੀ ਬਣੀ ਹੋਈ ਹੈ, ਸਰੀਰ ਬੜਾ ਲਚਕਦਾਰ ਹੈ, ਲੇਕਿਨ ਲਗੋਟਾ ਕੱਸ ਕੇ ਬੰਨਣਾ ਪਏਗਾ। ਉਹ ਕਹਿੰਦੇ ਮਹਾਰਾਜ ਲਗੋਟਾ ਵੀ ਸਜਾਇਆ, ਉੱਤੇ ਕੈਂਚ ਵੀ ਸਜਾਈ ਹੋਈ ਹੈ। ਕਹਿੰਦੇ ਨਹੀਂ, ਇਹ ਤਾਂ ਇੱਕ ਸ਼ੀਂਬੇ ਦਾ ਕੰਮ ਹੈ, ਲਗੋਟੀ ਬਣਾ ਦੇਣੀ, ਕੈਂਚ ਬਣਾ ਦੇਣੀ, ਜਿਹੜਾ ਮਰਜ਼ੀ ਪਾ ਲਊਗਾ। ਬ੍ਰਹਮਚਰ ਦਾ ਲਗੋਟਾ ਧਾਰਨਾ ਪੈਣਾ, ਜਤੀ ਸਤੀ ਬਣਨਾ ਪੈਣਾ, ਇੰਦਰੀਆਂ ਮਨ ਬੁੱਧੀ ਤੇ ਕਾਬੂ ਪਾਉਣਾ ਪੈਣਾ। ਪਹਿਲਾਂ ਤਾਂ ਇਹ ਗੱਲ ਇਹ 'ਚ ਪਰਪੱਕ ਕੀਤਾ। ਫਿਰ ਕਹਿੰਦੇ ਆ ਜਾ, ਤੁਹਾਨੂੰ ਪਤਾ ਅਖਾੜਾ ਮਿੱਟੀ ਗੁੱਡ ਗੁੱਡ ਕੇ ਸਰੋਂ ਦਾ ਤੇਲ ਪਾ ਪਾ ਕਿਵੇਂ ਮੁਲਾਇਮ ਕੀਤੀ ਹੁੰਦੀ ਹੈ, ਉੱਥੇ ਫਿਰ ਮਾਰ ਮਰਾਡੀਆਂ ਕਿਵੇਂ ਛਿਲਾ ਉਧੇੜਦੇ ਆ। ਸ਼ੀਸ਼ੇ 'ਚ ਦਰਸ਼ਨ ਕਰਕੇ ਥੋੜ੍ਹੀ ਪਹਿਲਵਾਨ ਘੋੜੇ ਤੇ ਚੜ੍ਹ ਕੇ ਕੋਈ ਬਾਬਾ ਦੀਪ ਸਿੰਘ ਬਣ ਜਾਏਗਾ, ਹੱਥ 'ਚ ਖੰਡਾ ਫੜ ਲਿਆ। ਇਹ ਤਾਂ ਮੈਦਾਨ 'ਚ ਜਿਹੜਾ ਪੂਰਾ ਨਿਤਰੂ ਹੋਏ। ਅੱਜ ਕੱਲ੍ਹ ਤਾਂ ਹੈ ਦਰਸ਼ਨੀ ਕੰਮ ਬਹੁਤ ਚੱਲਦਾ, ਜ਼ਿਆਦਾ ਫੋਟੋਆਂ ਖਿੱਚ ਲਈਆਂ ਤੇ ਅਸੀਂ ਬੜੇ ਜੀ ਤਿਆਰ ਪਰ ਤਿਆਰ ਖਾਲਸੇ ਬਣ ਗਏ, ਬਾਣਾ ਵੀ ਪਾ ਲਿਆ, ਸ਼ਸਤਰ ਵੀ। ਜੇ ਸ਼ਾਸਤਰ ਵਿਦਿਆ ਦਾ ਅਭਿਆਸ ਨਹੀਂ, ਕਿਦੋਂ ਸ਼ਾਸਤਰ ਉਹਦਾ ਬੈਰੀ ਬਣ ਜਾਂਦਾ। ਸ਼ਾਸਤਰ ਵੀ, ਜੇ ਸ਼ਾਸਤਰ ਦਾ ਵੀ ਅਭਿਆਸ ਨਹੀਂ, ਸਭਾ 'ਚ ਕੀ ਦੱਸੂਗਾ। ਇਸੇ ਤਰ੍ਹਾਂ ਕੋਈ ਵੀ ਵਿਦਿਆ ਹੈ, ਉਹ ਸਾਧ ਸੰਗਤ ਜੀ ਬਸ ਫਿਰ ਉਸਤਾਦ ਤੋਂ ਬੜੀ ਮਾਰ ਖਾਧੀ, ਤਰੱਕੀ ਕਰਦਾ ਕਰਦਾ ਫਿਰ ਕਿੱਥੇ ਪਹੁੰਚ ਗਿਆ। ਫਿਰ ਉਸਤਮੇ ਹਿੰਦ ਬਣ ਗਿਆ। ਬਿਨਾਂ ਮੁਰਸ਼ਿਦਾਂ ਰਾਹ ਨਾ ਹੱਥ ਆਵੇ, ਬਿਨਾਂ ਦੁੱਧ ਨਾ ਰਜਦੀ ਖੀਰ ਮੀਆਂ। ਬਿਨਾਂ ਮੁਰਸ਼ਿਦ ਤੋਂ ਕਦੀ ਰਸਤਾ ਨਹੀਂ ਮਿਲਦਾ ਹੁੰਦਾ। ਬਿਨਾਂ ਦੁੱਧ ਖੀਰ ਕਿਵੇਂ, ਪਾਣੀ 'ਚ ਭਾਪਾ ਬੇਸ਼ੱਕ ਬਣਾ ਲਓ। ਇਸ ਵਾਸਤੇ ਹੁਣ ਦੱਸ ਰਹੇ ਹੈ, ਮਨ ਜਾਂ ਗੋਟਾ, ਜਿਹੜਾ ਮਨ ਨੂੰ ਵਿਕਾਰਾਂ ਵੱਲੋਂ ਕਾਬੂ ਕਰਕੇ ਰੱਖਣਾ ਹੈ, ਇਹ ਬ੍ਰਹਮਚਰਜ ਰੂਪੀ ਜਗੋਟਾ ਲਗੋਟਾ ਪਹਿਨਿਆ ਹੋਇਆ ਹੈ। ਸਤ ਸੰਤੋਖ ਸੰਜਮ ਹੈ ਨਾਲ। ਕੌਣ ਕਾਮਯਾਬ ਹੋਵੇਗਾ? ਕੋਈ ਵੀ ਦਵਾਈ ਹੈ, ਉਹਦੇ ਨੂੰ ਪੱਥ, ਇੱਕ ਪੱਥ ਡਾਕਟਰ ਦੱਸਦਾ ਨਾ, ਜੇ ਇੱਕ ਪੱਥ ਰੱਖੂਗਾ ਜਿੰਨੀ ਮਰਜ਼ੀ ਕੀਮਤੀ ਦਵਾਈ ਖਾ ਲੈ, ਇਹ ਤਾਂ ਆਰਾਮ ਨਹੀਂ ਹੋਣਾ। ਪੱਥ ਰੱਖੇਗਾ ਫੇਰ ਇਹ ਗੱਲ ਬਣੇਗੀ। ਸਤ, ਸੰਤੋਖ, ਧੀਰਜ, ਵਿਵੇਕ, ਇਹ ਜਿਹੜੇ 5 ਸ਼ੁਭ ਗੁਣ ਆ, ਇਹਦੇ ਨਾਲ ਹੋਣੇ ਚਾਹੀਦੇ। ਜੇ ਨਹੀਂ ਹੋਣਗੇ ਤੇ ਫੇਰ ਨਹੀਂ। ਤੇ ਜਦੋਂ ਖੱਪਰ ਨੂੰ ਮੁੰਦਾ ਮਾਰੇਗਾ, ਇਹ 5 ਵਿਕਾਰਾਂ ਨੂੰ ਦਬਾ ਲੈਣਾ ਹੈ। ਕਿਉਂਕਿ ਬਿਰਤੀ ਜੇ ਤਾਂ ਉੱਪਰ ਜਾਂਦੀ ਹੈ ਫਿਰ ਵਿਕਾਰ ਖਤਮ ਹੁੰਦੇ ਆ, 10 ਦੁਆਰ ਵਾਲਾ। ਨੀਚੇ ਜਾਂਦੀ ਹੈ, 5 ਵਿਕਾਰ ਪੈਦਾ ਹੁੰਦੇ ਆ। ਜਦੋਂ ਸਵਾਸ ਕਲਾ ਦਾ ਪ੍ਰਵਾਹ ਸ਼ਬਦ ਨਾਲ ਸੁਰਤੀ ਉੱਪਰ ਉੱਠਦੀ ਹੈ, ਸਤ ਸੰਤੋਖ ਦਇਆ ਧਰਮ ਧੀਰਜ ਵਿਵੇਕ ਦੀ ਸਹਾਇਤਾ ਕਰਦੇ ਆ। ਤੇ ਜੇ ਫਿਰ ਬਿਰਤੀ ਨੀਚੇ ਉਤਰਦੀ ਹੈ, ਅਦੋਂ ਮੁੱਕ ਜਾਂਦੀ ਹੈ, ਤੇ 5 ਕਾਮ ਕ੍ਰੋਧ ਮੋਹ ਹੰਕਾਰ ਪੈਦਾ ਹੁੰਦੇ ਆ। ਕਿਉਂਕਿ ਨੀਚੇ ਵੱਲ ਸੰਸਾਰ ਆ, ਉੱਪਰ ਵੱਲ ਕਰਤਾਰ ਹੈ।
ਜਿੰਨਾ ਸੰਸਾਰ ਆ ਉਹ ਸਾਰਾ ਨੀਚੇ ਇੰਦਰੀਆਂ ਦੇ ਵਿਕਾਰਾਂ ਬਲੇ ਉਤਰਿਆ ਹੋਇਆ ਨਾ। ਜਿਹੜੇ ਯੋਗੀ ਲੋਕ ਆ ਉਹ ਸੁਰਤੀ ਵਿਰਤੀ ਜਾ ਕੇ ਆਪਣੀ ਪੁਰਾਣ ਕਲਾ ਨੂੰ ਦਸਮ ਦੁਆਰ ਵੱਲ ਲਿਜਾਂਦੇ ਆ। ਉੱਧਰ ਫਿਰ ਕਰਤਾਰ ਦਾ ਪ੍ਰਕਾਸ਼ ਦਿਵ ਦਰਸ਼ਨ ਹੁੰਦਾ। ਥੱਲੇ ਭੋਗ ਉੱਪਰ ਯੋਗ ਹੈ। ਇਹ ਕਲਾ ਸਿੱਖਣੀ ਪੈਂਦੀ ਹੈ। ਗੱਲਾਂ ਬਾਤਾਂ ਨਾਲ ਨਹੀਂ ਹੋਣ ਵਾਲੀ ਚੀਜ਼ ਹੈਗੀ। ਇਹ ਕਿਤਾਬਾਂ ਪੜ੍ਹ ਲਈਆਂ ਤੇ ਚਲੋ ਗੱਲ ਬਣ ਗਈ। ਬੜਾ ਅਭਿਆਸ ਫਿਰ ਜਾ ਕੇ ਸਿੱਧੀ ਹੁੰਦੀ ਹੈ। ਹੁਣ ਕਹਿੰਦੇ ਸਤ, ਸੰਤੋਖ, ਧਰਮ, ਧੀਰਜ ਤੇ ਵਿਵੇਕ ਆਦਿਕ। ਹਾਂ ਪੜ੍ਹ ਗਈ ਫੇਰ। ਸਤ ਸੰਤੋਖ ਸੰਜਮ ਹੈ ਨਾਲ, ਤੇ ਨਾਲ ਸੰਜਮ ਵੀ ਹੋਵੇ। ਖਾਣੇ ਤੇ ਵੀ, ਪਹਿਨਣੇ ਤੇ ਵੀ, ਬੋਲਣੇ ਤੇ ਵੀ, ਚੱਲਣੇ ਫਿਰਨੇ ਤੇ, ਸੌਣੇ ਜਾਗਣ ਦੇ ਉੱਤੇ ਸੰਜਮ ਤਾਂ ਹਰ ਗੱਲ ਦਾ ਚੰਗਾ। ਅੱਜ ਲੋਕ ਦੁਖੀ ਕਿਉਂ? ਅਸੰਜਮਾ ਜੀਵਨ ਬਣ ਗਿਆ। ਮਹਿੰਗਾਈ ਬਹੁਤ ਆ। ਮਹੀਨੇ ਦੀ ਆਮਦਨ ਕਿੰਨੀ ਆ? ਕਿੰਨੀ ਆ? ਘਰ 'ਚ ਮੋਬਾਈਲ ਕਿੰਨੇ ਆ? ਇੰਨੇ ਮੋਬਾਈਲ ਆ। ਕਿ ਮਹਿੰਗਾਈ ਤੈਂ ਵਧਾਈ ਹੈ ਕਿ ਬਾਹਰੋਂ ਆਈ ਹੈ? ਕਮਾਈ 100 ਦੀ ਨਹੀਂ ਤੇ ਖਰਚਾ ਤੂੰ 2000 ਦਾ ਕਰਦਾ। ਇਹਦਾ ਗਲ ਘੁੱਟ ਹੋਣਾ ਹੀ ਹੈ। ਜੇ ਸੰਜਮ ਨਾਲ ਚੱਲੇਗਾ ਕੋਈ ਮਹਿੰਗਾਈ ਮਹੂਈ ਨਹੀਂ। ਸੰਜਮ ਕਰਨਾ ਨਹੀਂ। ਹੁਣ ਬੀਬੀਆਂ ਰਾਣੀਆਂ ਹੀ ਬਹੁਤ ਸੌਖਤੀਆਂ ਹੋ ਗਈਆਂ। ਫਰਿੱਜ ਚਾਹੀਦੀ ਹੈ ਕਿ ਪੁਰਾਣੇ ਬੁੜੇ ਘੜੇ 'ਚ ਪਾਣੀ ਨਾਲ ਠੰਡਾ ਸਾਰ ਲੈਂਦੇ ਸੀ। ਕੱਪੜੇ ਧੋਣ ਮਸ਼ੀਨ ਵੀ ਚਾਹੀਦੀ ਹੈ। ਫਿਰ ਬਿਜਲੀ ਦਾ ਬਿੱਲ ਵੀ ਆਉਣਾ। ਫਿਰ ਉਹ ਤੋਂ ਬਾਅਦ ਆਪਣੇ ਪੋਚਾ ਲਾਉਣ ਵਾਸਤੇ ਵੀ ਨੌਕਰ ਨੌਕਰਾਣੀਆਂ ਚਾਹੀਦੀਆਂ। ਅਮੀਰ ਜ਼ਿਆਦਾ ਬਣ ਗਏ। ਪਸ਼ੂਆਂ ਨੂੰ ਪੱਠੇ ਪਾਉਣ ਵਾਲੇ ਵੀ ਚਾਹੀਦੇ ਹੈ। ਆਪ ਡੱਕਾ ਨਾ ਤੋੜੀਏ, ਖਰਚਾ ਵਧਾਈ ਚਲੀਏ, ਸੰਜਮ ਰੱਖੀਏ ਨਾ। ਇਹਦਾ ਜ਼ਹਿਰ ਦਾ ਪਿਆਲਾ ਪੀਣਾ ਹੀ ਪਊਗਾ। ਤੇ ਮਰੀ ਜਾਂਦੇ ਪੀ ਪੀ ਕੇ। ਸੰਜਮ ਨਹੀਂ ਨਾ ਕਰਦੇ ਕਿ ਬੋਤਲ ਵੀ ਰੋਜ਼ ਪੀਣੀ ਹੈ। 400 ਦੀ ਬੋਤਲ ਆ ਜੀ। ਹੁਣ 400 ਨਾਲ ਹਫ਼ਤੇ ਦਾ ਗੁਜ਼ਾਰਾ ਹੋ ਜਾਣਾ ਸੀ ਗਰੀਬ ਟੱਬਰ ਦਾ। ਤੂੰ ਕੱਲਾ ਡੱਪ ਕੇ ਆ ਗਿਆ। ਤੇ ਕਲਾ ਕਲੇਸ਼ ਵੀ ਹੋਊਗਾ, ਬਿਮਾਰੀਆਂ ਵੀ ਆਉਣਗੀਆਂ, ਹੋਰ ਵੀ ਕਿੰਨਾ ਕੁਛ ਪਏ ਹੁੰਦਾ। 400 ਦੀ ਰੋਜ਼ ਪੀਤੀ। ਤੇ ਆਹ ਜਿਹੜਾ ਇੱਕ ਹੋਰ ਚੱਲਿਆ 10 ਨੂੰ ਧੂਆਂ ਲੈ ਕੇ ਪਾਗਲ ਹੋ ਰਿਹਾ। ਇੱਕ ਤਾਂ ਕੁਦਰਤੀ ਪਾਗਲ ਹੈ ਨਾ, ਇੱਕ ਆਪ ਹੋ ਰਹੇ। ਇਹਦਾ ਨਾਂ ਰੱਖਿਆ ਚਿੱਟਾ। ਇਹ ਕਾਲਾ ਕਿ ਚਿੱਟਾ? 4-4 ਹਜ਼ਾਰ ਦਾ ਰੋਜ਼। ਤੇ ਫੇਰ ਹੁਣ ਦੱਸੋ ਵੀ ਬਸਣ ਵਾਲਾ ਲੱਲ ਹੈਗਾ ਕੋਈ? ਉਜੜਨ ਵਾਲਾ ਬਣੇਗਾ ਕਿ ਬਸਣ ਵਾਲਾ? ਡੱਕਾ ਤੋੜਨਾ ਨਹੀਂ, ਕੰਮ ਕਰਨਾ ਕੋਈ ਨਹੀਂ। ਫਿਰ ਜਾ ਕੇ ਸੈਂਟਰਾਂ 'ਚ ਦਾਖਲ ਹੁੰਦੇ। ਉੱਥੇ ਦਾਖਲ ਹੋ ਕੇ ਫਿਰ ਕਿਹੜਾ ਬਿਮਾਰੀ ਗਲੋਂ ਲੈਂਦੀ ਆ? 4 ਦਿਨ ਹੁੰਦਾ, ਮੁੜ ਕੇ ਫਿਰ ਸ਼ੁਰੂ ਕਰ ਲੈਂਦੇ। ਫਿਰ ਸਰੀਰ ਟੁੱਟੀ ਜਾਂਦਾ, ਭੱਜੀ ਜਾਂਦਾ। ਤੇ ਹੁਣ ਸਰੀਰ ਨੂੰ ਤੋੜਨ ਵਾਲਾ ਕੰਮ ਤਾਂ ਆਪੇ ਹੀ ਕੀਤਾ, ਜੋੜਨ ਵਾਲਾ ਤਾਂ ਕੀਤਾ ਨਹੀਂ। ਤੇ ਮਹਾਰਾਜ ਹੁਣ ਬਾਣੀ ਕੀ ਕਹਿ ਰਹੀ, ਅਸੀਂ ਕੀ ਕਰ ਰਹੇ ਹਾਂ? ਸਤ, ਸੰਤੋਖ, ਧੀਰਜ, ਧਰਮ, ਵਿਵੇਕ, ਇਹ 5 ਗੁਣ ਹੋਣ ਤੇ ਨਾਲ ਸੰਜਮ ਵੀ ਹੋਵੇ। ਜਿਹੜਾ ਬੰਦਾ ਸੰਜਮ ਵਾਲਾ, ਖਾਣ ਦਾ ਸੰਜਮ ਰੱਖਦਾ, ਪੀਣ ਦਾ, ਉਹ ਬਿਮਾਰ ਬਹੁਤ ਘੱਟ ਹੋਊਗਾ, ਤੰਦਰੁਸਤ ਰਹੂਗਾ। ਕਿ ਇਹ ਸੰਜਮ ਆ। ਬੋਲਣ ਦਾ ਵੀ ਸੰਜਮ ਆ, ਰਹਿਣ ਬਹਿਣ ਦਾ ਵੀ ਸੰਜਮ ਆ, ਫਿਰਨ ਤੁਰਨ ਦਾ ਵੀ ਸੰਜਮ ਆ। ਜੇ ਅਵਾਰਾ ਹੀ ਘੁੰਮੀ ਜਾਣਾ ਕਿ ਅਵਾਰਾਗਰਦੀ ਵਿੱਚ ਕੋਈ ਨਾ ਕੋਈ ਢਿੱਕੇ ਆ ਜਾਂਦਾ। ਕਿ ਜੂਤ ਪਤਾਨ ਵੀ ਹੁੰਦਾ ਕਈ ਵਾਰੀ। ਅਵਾਰਾ ਜਿਹੜੇ ਹੁੰਦੇ ਅਵਾਰਾਗਰੀ ਕਰਦੇ। ਕਿ ਜਦੋਂ ਸੰਜਮਾ ਹੋ ਗਿਆ, ਖਰਚੇ ਵਧਾ ਲੈ, ਇਹ ਚੋਰੀਆਂ ਜਾਰੀਆਂ ਬਦਮਾਸ਼ੀਆਂ ਵੀ ਕਰਨਗੇ। ਹੁਣ ਘਰੋਂ ਹੁਣ ਮਿਲਦਾ ਨਹੀਂ। ਘਰ ਜਿਹੜਾ ਅਸੀਂ ਫੂਕ ਪਾ ਕੇ ਲਿਆ ਆਪਣੇ ਕੋਲ ਆ ਜਾਂਦੇ ਨੇ। ਬੀਬੀਆਂ ਵਿਚਾਰੀਆਂ ਦੇ ਇਸ ਦੇਸ਼ ਦੇ ਮਾੜੇ ਕਰਮ ਕੀਤੇ ਆ, ਉਹ ਰੋਂਦੀਆਂ ਵਿਚਾਰੀਆਂ। ਕਈ ਵਾਰੀ ਮਾਪਿਆਂ ਵੱਲੋਂ ਵੀ ਪੂਰੀ ਸਹਾਇਤਾ ਹੁੰਦੀ ਨਹੀਂ, ਕਰਦੇ ਤਾਂ ਹੈ ਵਿਚਾਰੇ ਰੋਣਾ ਪਿੱਟਣਾ।
ਇੰਜ 5 ਕਿੱਲੇ ਫੂਕ ਲੈ ਚਿੱਟੇ ਵਿੱਚ, ਤੇ ਫੇਰ ਹੁਣ ਦੱਸੋ ਕਿਵੇਂ ਹੋਊਗਾ। ਇਸ ਤਰ੍ਹਾਂ ਦਾ ਹਾਲ ਬਣਿਆ ਹੋਇਆ। ਅਸੀਂ ਜੀ ਸਿੱਖ ਹਾਂ, ਸਿੱਖਾਂ ਦੇ ਤੇ ਲੱਛਣ ਹੈ ਨਹੀਂ ਇਹੋ ਜਿਹੇ। ਸਿੱਖ ਦਾ ਤਾਂ ਜੀਵਨ ਹੀ ਬਹੁਤ ਉੱਚਾ ਸੁੱਚਾ ਹੁੰਦਾ। ਤੇ ਅੱਜ ਹੁਣ ਜਿਹੜੀ ਸਾਡੀ ਦੁਰਦਸ਼ਾ ਬਣੀ ਹੋਈ ਹੈ, ਉਹ ਰੱਬੇ ਹੀ ਰਾਖਾ ਹੈ ਇਸ ਵੇਲੇ। ਜੋ ਬੇੜਾ ਐਨ ਇੱਕ ਤਾਂ ਡੁੱਬਦਾ ਨਾ ਬੇੜਾ ਸਮੁੰਦਰ ਦਰਿਆ 'ਚ, ਇਹ ਰੜੇ ਬੇੜਾ ਸਾਡਾ ਡੁੱਬਣ ਡਿਆ ਇਸ ਵੇਲੇ। ਰੜੇ ਡੂਬ ਮੇ ਬਿਨ ਪਾਣੀ, ਪਾਤਸ਼ਾਹ ਦੀ ਬਾਣੀ ਕਹਿੰਦੀ ਬਿਨਾਂ ਪਾਣੀ ਤੋਂ ਡੁੱਬ ਰਹੇ। ਜੋ ਲੱਛਣ ਹੈ ਇਸ ਵੇਲੇ ਬਣਿਆ ਹੋਇਆ, ਕਿ ਪਾਣੀ ਤੋਂ ਤੇ ਆਪਾਂ ਬਹੁਤ ਦੂਰ ਚਲੇ ਗਏ। ਪਾਤਸ਼ਾਹ ਕਹਿੰਦੇ ਸਿੱਧੋ ਸਤ ਸੰਤੋਖ ਧੀਰਜ ਧਰਮ ਵਿਵੇਕ, ਇਹ 5 ਗੁਣ ਹੋਣ ਤੇ ਨਾਲ ਸੰਜਮ ਹੋਵੇ। ਜਿਹੜਾ ਸੰਜਮੀ ਬੰਦਾ ਉਹਨੂੰ ਕੋਈ ਕਲੇਸ਼ ਨਹੀਂ, ਕੋਈ ਦੁੱਖ ਨਹੀਂ ਹੈ। ਨਾਨਕ ਗੁਰਮੁਖ ਨਾਮ ਸਮਾਲ। ਇਸ ਕਰਕੇ ਕਹਿੰਦੇ ਤੂੰ ਮਨ ਮਤ ਛੱਡ ਦੇ, ਮਨਮੁਖਾਂ ਦੀ ਕੁਸੰਗਤ ਛੱਡ ਦੇ, ਗੁਰਮੁਖਾਂ ਦੀ ਸੰਗਤ ਕਰਕੇ ਗੁਰੂ ਦੇ ਮੁਖ ਦਾ ਜਿਹੜਾ ਉਪਦੇਸ਼ ਗੁਰਬਾਣੀ, ਇਸ ਨੂੰ ਗੁਰਮੁਖਾਂ ਦੁਆਰਾ ਸਮਝ ਕਰਕੇ ਨਾਮ ਨੂੰ ਸੰਭਾਲ ਚੇਤੇ ਕਰ ਅਤੇ ਨਾਮ ਜਪ ਕੇ ਆਪਣੇ ਜੀਵਨ ਨੂੰ ਸੰਭਾਲ ਲੈਣਾ ਕਰ। ਹੁਣ ਇਹਨਾਂ ਨੇ ਮਾਂ ਪਿਓ ਨੂੰ ਜਾਂ ਦੇਸ਼ ਕੌਮ ਨੂੰ ਤਾਂ ਕੀ ਸੰਭਾਲਣਾ, ਤੇ ਆਪਣੇ ਆਪ ਸੰਭਾਲਣ ਜੋਗੇ ਨਹੀਂ ਰਹਿ ਗਏ। ਆ ਜਿੰਨੇ ਅੱਜ ਕੱਲ੍ਹ ਦੇ ਛੋਕਰੇ ਛੋਕਰੀਆਂ, ਐਸਾ ਬੁਰਾ ਹਾਲ ਹੋਇਆ। ਉਹ ਬੁੱਢੇ ਬੁੱਢੀਆਂ ਨੂੰ ਤਾਂ ਅਸੀਂ ਨਾ ਪੇ ਇਹ ਬੁੱਢਿਆਂ ਨੂੰ ਸਾਂਭਣਗੇ, ਬੁੱਢੇ ਆ ਕੇ ਰੋਂਦੇ ਆ ਸਾਡੇ ਕੋਲ, ਇੱਥੋਂ ਚੱਕਿਆ ਫਲਾਣੇ ਥਾਂ ਜੀ ਨਸ਼ਾ ਛਡਾਊ ਕੈਂਪ ਲੱਗਦਾ, ਦਵਾਈ ਮਿਲਦੀ, ਉੱਥੋਂ ਚੱਕਿਆ ਗਾਹਾਂ, ਉੱਥੋਂ ਚਾ ਗਾਹਾਂ, ਉਹ ਗਾਹਾਂ ਲੈ ਗਿਆ। ਹੁਣ ਕਹਿੰਦੇ ਜੀ ਇਹਨਾਂ ਦੇ ਅੰਦਰ ਨਸ਼ਾ ਜਿਹੜਾ ਉਹ ਦਿੰਦੇ ਸੀ ਨਾ, ਉਹ ਕੱਢਣਾ ਪਊਗਾ, ਫਿਰ ਦੂਜੀ ਦਵਾਈ ਦੇਊਗੀ। ਬਸ ਉਹ ਮਾਂ ਪਿਓ ਵਿਚਾਰੇ ਐਵੇਂ ਤੁਰੇ ਫਿਰਦੇ। ਬੁਰਾ ਹਾਲ ਹੋਇਆ ਪਿਆ। ਖਾਸ ਕਰਕੇ ਪੰਜਾਬ ਦਾ ਤਾਂ ਜ਼ਿਆਦਾ ਹੀ। ਪਹਿਲਾਂ ਤਾਂ ਵੈਸੇ ਇਹਦੇ 4 ਟੁਕੜੇ ਹੋ ਗਏ। ਲੀਡਰਾਂ ਨੂੰ ਬੜੀ ਮੱਲ ਮਾਲੀ, ਅਸਲੀ ਜਿਹੜਾ ਪੰਜਾਬ ਉੱਧਰ ਰਹਿ ਗਿਆ। ਕਹਿੰਦੇ ਸ਼ਾਂਤੀ ਨਾਲ ਰਾਜ ਲੈ ਲਿਆ। ਇਹਨਾਂ ਦੀ ਸ਼ਾਂਤੀ ਨੇ ਪਾਕਿਸਤਾਨ ਬਣਨ ਵੇਲੇ ਇੰਨਾ ਖੂਨ ਡੁੱਲਾ, ਇਹਨਾਂ ਮਹਾਂਭਾਰਤ ਦੇ ਯੁੱਧ 'ਚ ਨਹੀਂ ਡੁੱਲਿਆ। ਇਹ ਕਹਿੰਦੇ ਸ਼ਾਂਤੀ ਨਾਲ ਰਾਜ ਲੈ ਲਿਆ। ਇਹ ਕਹਿਣਗੇ ਆਜ਼ਾਦੀ ਦਾ ਨਿੱਘ ਮਾਣਦੇ ਆ। ਆ ਜਿਹੜੇ ਉਜੜ ਕੇ ਆਏ ਉਹਨਾਂ ਨੂੰ ਪੁੱਛੋ ਵੀ ਕਿੰਨਾ ਕੁ ਨਿੱਘ ਮਾਣ ਰਹੇ ਵਿਚਾਰੇ, ਹਾਲੇ ਦਿਨ ਧੱਕੇ ਖਾਂਦੇ ਫਿਰਦੇ। ਤੇ ਹੁਣ ਗਾਹਾਂ ਜਿਹੜਾ ਹਾਲਾਤ ਹੈ, ਉਹ ਵੀ ਘਰ ਘਰ ਰੋਣਾ ਪਿੱਟਣਾ ਪਿਆ ਹੋਇਆ, ਪਿੱਟ ਸਿਆਪਾ। ਬਿਨਾਂ ਰੰਡੀਆਂ ਤੋਂ ਸੰਸਾਰ ਰੋ ਰਿਹਾ ਇਸ ਵੇਲੇ। ਘਰ ਘਰ ਸਿਆਪਾ ਪਿਆ ਹੋਇਆ। ਬੁਰਾ ਹਾਲ ਕਿਉਂ? ਜਿਹੜੇ ਮਹਾਰਾਜ ਨੇ ਅਸੂਲ ਦਿੱਤੇ ਸੀ ਨਾ, ਉਹ ਅਸੀਂ ਛੱਡ ਦਿੱਤੇ। ਉਹ ਤੋਂ ਬਹੁਤ ਦੂਰ ਚਲੇ ਗਏ। ਪਹਿਲਾਂ ਤਾਂ ਇਹ ਦੋਹਾਂ ਧਰਮਾਂ ਮਜ਼ਹਬਾਂ ਨੂੰ ਗਾਲਾਂ ਕੱਢਦੇ ਸੀ ਨਾ, ਉਹ ਹੁਣ ਸੁਣਨੋਂ ਹਟ ਗਏ। ਹੁਣ ਅਸੀਂ ਜਿਹਨੂੰ ਗਾਲਾਂ ਕੱਢਣ ਦਾ ਸੁਭਾਅ ਪੈ ਜਾਏ, ਫਿਰ ਉਹ ਬਾਹਰ ਦੇ ਸੁਣਦੇ ਨਹੀਂ, ਫਿਰ ਘਰਦਿਆਂ ਨੂੰ ਕੱਢੀ ਜਾਂਦੇ ਆ, ਫਿਰ ਮਾਂ ਪਿਓ ਨੂੰ ਕੱਢੀ ਜਾਂਦੇ ਆ, ਭੈਣਾਂ ਭਰਾਵਾਂ ਨੂੰ, ਫਿਰ ਜਨਾਨੀਆਂ ਨੂੰ ਗਾਲਾਂ ਕੱਢੀ ਜਾਂਦੇ ਆ। ਦੂਆ ਤਾਂ ਹੁਣ ਸੁਣਨੋਂ ਹਟ ਗਿਆ। ਹੁਣ ਆਪਣਿਆਂ ਨੂੰ ਕੱਢੀ ਜਾਂਦੇ, ਇੱਕ ਦੂਜੇ ਦੀ ਮਿੱਟੀ ਪੁੱਟੀ ਜਾਂਦੇ ਆ। ਇਹ ਸਾਡੇ ਇਸ ਵੇਲੇ ਸਿੱਖਾਂ ਦਾ ਹਾਲ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ। ਰੱਬ ਹੀ ਬਖਸ਼ਿਸ਼ ਕਰੇ। ਪਹਿਲਾਂ ਤਾਂ ਇੱਕ ਦੂਜੇ ਤੇ ਸੀ, ਹੁਣ ਗੁਰੂ ਗ੍ਰੰਥ ਸਾਹਿਬ ਤੇ ਵੀ ਹੱਥ ਚੁੱਕ ਲਿਆ। ਤੇ ਜਿਹੜਾ ਗੁਰੂ ਅਰਜਨ ਸਾਹਿਬ ਨੇ ਬਣਾਇਆ ਸੀ ਨਾ, ਇਹਦੇ 'ਚ ਆ ਕਮੀ ਰਹਿ ਗਈ। ਅਸੀਂ ਕਮੀ ਦੂਰ ਕਰਨ ਲੱਗੇ ਹਾਂ। ਗੱਜ ਕੇ ਬੋਲੋ ਵਾਹਿਗੁਰੂ। ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ। ਗੁਰੂ ਗ੍ਰੰਥ ਨੂੰ ਮੰਨਣਾ ਤੇ ਇੱਕ ਪਾਸੇ ਰਹਿ ਗਿਆ। ਹੁਣ ਗੁਰੂ ਗ੍ਰੰਥ ਸਾਹਿਬ ਤੇ ਹੱਥ ਚੁੱਕ ਲਿਆ। ਉਹਦਾ ਨਾਂ ਰੱਖਤਾ ਮੋਡਰੇਟ ਗੁਰੂ ਗ੍ਰੰਥ ਸਾਹਿਬ, ਜਿਹੜਾ ਆਪ ਬਣਾਉਣ ਲੱਗੇ ਆ। ਇੱਧਰ ਨੂੰ ਤੁਰ ਪਿਆ ਸਾਡਾ ਸੰਸਾਰ। ਤੇ ਉਵੇਂ ਪੰਗਤੀ ਪੜ੍ਹ ਲੈਣੀ, ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀਂ। ਤੇ ਮਹਾਰਾਜ ਪੂਰੇ ਸੀ, ਉਹਨਾਂ ਦਾ ਕੀਤਾ ਸਾਰਾ ਪੂਰਾ। ਹੁਣ ਪੂਰੇ ਤੇ ਵੀ ਸਾਡਾ ਯਕੀਨ ਨਹੀਂ ਰਹਿ ਗਿਆ।
ਇਹ ਸਾਡੀ ਹਾਲਤ ਬਣੀ ਹੋਈ ਹੈ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਹੈ, ਗੁਰਮੁਖਾਂ ਦੁਆਰਾ ਨਾਮ ਨੂੰ ਸੰਭਾਲ, ਤੇਰਾ ਜੀਵਨ ਸ਼ੁੱਧ ਪਵਿੱਤਰ ਹੋ ਜਾਏ। ਇਹ ਸਾਧ ਸੰਗਤ ਜੀ ਸਿੱਧ ਗੋਸ਼ਟ ਦੇ ਵਿੱਚੋਂ, ਕਿਉਂਕਿ ਬੜੇ ਬੜੇ ਵਿਦਵਾਨ ਆ, ਉਹ ਬੜੇ ਬੜੇ ਰਿੱਧੀਆਂ ਸਿੱਧੀਆਂ ਦੇ ਮਾਲਕ ਯੋਗੀ ਲੋਕ ਆ, ਉਹਨਾਂ ਨਾਲ ਚਰਚਾ ਹੋ ਰਹੀ, ਕੋਈ ਮਾੜੇ ਬੰਦਿਆਂ ਨਾਲ ਨਹੀਂ। ਵਿਚਾਰ ਬੜੀ ਗੰਭੀਰ ਆ। ਤੇ ਆ ਦੇਖੋ, ਇੱਕ ਪੌੜੀ ਹੋਈ ਹੈ, ਸਮਾਂ ਅੱਗੇ ਨਿਕਲ ਗਿਆ ਹੈ। ਮਹਾਰਾਜ ਕਿਰਪਾ ਕਰਨ, ਇਹ ਪਵਿੱਤਰ ਵਿਚਾਰ ਸਾਡੇ ਹਿਰਦੇ 'ਚ ਨਿਵਾਸ ਕਰਨ। ਆਈ ਸੰਗਤ ਨੂੰ ਜੀ ਆਇਆਂ, ਸਭ ਦਾ ਧੰਨਵਾਦ। ਪ੍ਰਬੰਧਕਾਂ ਦਾ, ਸੰਗਤਾਂ ਸੇਵਾਦਾਰਾਂ ਦਾ ਵੀ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਕਿਤੇ ਏਕਤਾ ਇਤਫਾਕ ਪਿਆਰ ਬਖਸ਼ਿਸ਼ ਕਰਨ, ਪੰਥ ਖਾਲਸੇ ਦੀ ਚੜ੍ਹਦੀ ਕਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।